हाँ जी, सत श्री अकाल बच्चों साਰਿਆਂ ਨੂੰ ਤੇ ਅੱਜ ਫਾਈਨਲੀ ਫਿਰ ਆਪਾਂ ਬਹੁਤ ਹੀ ਇੰਪੋਰਟੈਂਟ ਸੀਰੀਜ਼ ਬੱਚੋ ਸਟਾਰਟ ਕਰਨ ਜਾ ਰਹੇ ਹਾਂ ਜਿਹੜੀ ਕਿ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫੁੱਲ ਪਲੈਨਿੰਗ ਤਹਿਤ ਦੱਸ ਚੁੱਕਿਆ ਵੀ ਇਸ ਸੀਰੀਜ਼ ਦੇ ਵਿੱਚ ਆਪਾਂ ਕੀ ਕਵਰ ਕਰਾਂਗੇ। ਠੀਕ ਹੈ ਨਾ, ਇਹ ਸੀਰੀਜ਼ ਆਪਣੇ ਲਈ ਬਹੁਤ ਹੀ ਲਾਹੇਵੰਦ ਹੋਵੇਗੀ। ਤੁਸੀਂ ਇਮੇਜਿਨ ਨਹੀਂ ਕਰ ਸਕਦੇ, ਜਸਟ ਵਿਦਿਨ 10 ਡੇਜ਼ ਤੁਸੀਂ ਆਪਦਾ ਕੌਨਫੀਡੈਂਸ ਲੈਵਲ ਦੇਖਿਓ ਵੀ ਮਤਲਬ ਇੰਨਾ ਤੁਸੀਂ ਕੌਨਫੀਡੈਂਸ ਲੈਵਲ ਦਾ ਬੂਸਟ ਅਪ ਹੋ ਜਾਊਗਾ ਵੀ ਆਟੋਮੈਟਿਕ ਉਹ ਸਾਰੇ ਸਵਾਲਾਂ ਨੂੰ ਤੁਸੀਂ ਟੈਕਲ ਕਰ ਸਕੋਗੇ ਜਿਹਨੂੰ ਦੇਖ ਕੇ ਪੇਪਰਾਂ ਦੇ ਵਿੱਚ ਬੜੀ ਖਿੱਚ ਚੜ੍ਹਦੀ ਹੈ ਵੀ ਯਾਰ ਮੈਂ ਹਿਸਟਰੀ ਪੜ੍ਹ ਲਈ, ਜੀਓਗ੍ਰਾਫੀ ਪੜ੍ਹ ਲਈ, ਇਕਨੋਮਿਕਸ ਹੀ ਪੜ੍ਹਾ ਜਾਂ ਮੈਂ ਤੇ ਕੀ ਸਾਇੰਸ ਐਂਡ ਟੈਕਨੋਲੋਜੀ ਪੜ੍ਹ ਕੇ ਆਇਆ ਸੀ, ਮੈਂ ਸਾਇੰਸ ਹੀ ਪੜ੍ਹ ਕੇ ਆਏ ਬਟ ਸਵਾਲ ਫਿਰ ਵੀ ਅਟੈਂਪਟ ਨਹੀਂ ਹੋ ਰਿਹਾ। ਸੋ ਇਹ ਸਾਰੇ ਸਵਾਲਾਂ ਨੂੰ ਆਪਾਂ ਕਹਿ ਦਈਏ ਸੋਲਵ ਕਰਵਾਉਣ ਵਾਲੀ ਇਹ ਸੀਰੀਜ਼ ਹੋਊਗੀ। ਸੋ ਵਿਦਆਊਟ ਵੇਸਟਿੰਗ ਟਾਈਮ ਬੱਚੋ ਅੱਜ ਆਪਾਂ ਇਹਦੀ ਪਹਿਲੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਕਿਉਂਕਿ ਪਹਿਲਾਂ ਆਪਾਂ ਆਲਰੇਡੀ ਵੀਡੀਓ ਦੇ ਵਿੱਚ ਆਪਾਂ ਸਾਰਾ ਡਿਸਕਸ ਕਰ ਚੁੱਕੇ ਹਾਂ ਵੀ ਇਹ ਕਰੰਟ ਸਟੈਟਿਕ ਸੀਰੀਜ਼ ਆਪਣੀ ਕਿਸ ਤਰੀਕੇ ਨਾਲ ਚੱਲੂਗੀ। ਠੀਕ ਹੈ ਨਾ, ਸੋ ਪਹਿਲੀ ਕਲਾਸ ਆ ਬੱਚੋ ਆਪਣੇ ਅੱਜ ਤੇ ਵਿਦਆਊਟ ਵੇਸਟਿੰਗ ਟਾਈਮ ਸਟਾਰਟ ਕਰਦੇ ਹਾਂ। ਸਭ ਤੋਂ ਵੱਡੀ ਗੱਲ ਇਹ ਵੀ ਹੈ ਆਹ ਲਾਈਨ ਆਪਾਂ ਬਹੁਤ ਸੋਚ ਸਮਝ ਕੇ ਲਿਖੀ ਹੈ ਕਿਉਂਕਿ ਮੇਰਾ ਮੇਨ ਪਰਪਸ ਇਹੀ ਹੈ ਵੀ ਮੈਂ ਇਸ ਚੀਜ਼ ਤੇ ਹੀ ਧਿਆਨ ਦੇਣਾ ਵੀ ਆਪਾਂ ਉਨਾ ਕੁ ਪੜ੍ਹੀਏ ਜਿੰਨਾ ਕੁ ਆਪਣੇ ਪੇਪਰ 'ਚ ਕੰਮ ਆਵੇ। ਠੀਕ ਹੈ ਕਿ ਨਹੀਂ, ਚਲੋ ਫਿਰ। ਹਾਂ, ਕਾਫੀ ਬੱਚੇ ਪੁੱਛਣਗੇ ਹੁਣ ਇਹ ਕਲਾਸਿਸ ਦੀ ਸਰ PDF ਕਿੱਥੇ ਮਿਲੂਗੀ, ਕਿਵੇਂ ਹੈ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਮੇਰੀਆਂ ਕਲਾਸਿਸ ਦੀਆਂ ਮਤਲਬ ਨਾਲ ਉਨਾ ਟਾਈਮ ਦੇਖਣ ਤੇ ਲਾਓ, ਬਾਅਦ 2 ਘੰਟੇ ਲਿਖਣ ਤੇ ਲਾਓ, ਉਸ ਮਤਲਬ ਆਊਟਪੁੱਟ ਜ਼ੀਰੋ ਹੈ। ਜਿਹੜੀ ਮੈਂ ਮਿਹਨਤ ਕਰੂੰਗਾ, ਮੇਰੀ ਮਿਹਨਤ ਕਰਨ ਦੇ ਸਵਾਦ ਤੁਹਾਨੂੰ ਤਾਂ ਵੀ ਤੁਸੀਂ ਉਹ ਚੀਜ਼ ਘਰੇ ਬੈਠ ਕੇ ਆਰਾਮ ਨਾਲ 15-20 ਮਿੰਟਾਂ ਦੇ ਵਿੱਚ ਰਿਵਾਈਜ਼ ਕਰ ਲਓ। ਸੋ ਪਹਿਲਾਂ ਤੁਸੀਂ ਬੱਚੋ ਆਹ ਐਪ ਡਾਊਨਲੋਡ ਕਰਨੀ ਹੈ, ਪਲੇ ਸਟੋਰ ਤੇ ਜਾ ਕੇ ਤੁਸੀਂ ਦੇਖਣਾ ਰੁਪਿੰਦਰ ਸਿੱਧੂ ਅਕੈਡਮੀ ਐਪ ਸਰਚ ਕਰਕੇ ਡਾਊਨਲੋਡ ਕਰ ਲੈਣਾ। ਉਸ ਤੋਂ ਬਾਅਦ ਆਪਦਾ ਨੰਬਰ ਫਿਲ ਕਰਕੇ ਲੌਗਇਨ ਕਰ ਲੈਣਾ। ਦੈਨ ਵਿਚਾਲੇ ਨੀਚੇ ਆਪਣਾ ਸਟੋਰ ਦਾ ਆਪਸ਼ਨ ਹੋਵੇਗਾ। ਠੀਕ ਹੈ ਨਾ, ਸਟੋਰ ਦਾ ਆਪਸ਼ਨ ਹੋਵੇਗਾ, ਸਟੋਰ ਦੇ ਆਪਸ਼ਨ ਤੇ ਕਲਿੱਕ ਕਰਕੇ ਤੁਹਾਨੂੰ ਇੱਕ ਸਪੈਸ਼ਲ ਬੈਚ ਬਣਿਆ ਹੋਊਗਾ ਕਰੰਟ ਅਫੇਅਰਸ ਦੇ ਨਾਮ ਤੇ। ਠੀਕ ਹੈ ਨਾ, ਉਹਨੂੰ ਸਰਚ ਕਰਕੇ ਉਹਦਾ ਜੁਆਇਨ ਕਰ ਲਿਓ। ਉੱਥੇ ਹੀ ਡੇਲੀ ਆਪਣੀ ਕਲਾਸ ਦੀ ਮਤਲਬ PDF ਅਪਲੋਡ ਹੋਇਆ ਕਰੇਗੀ ਵਿਦਆਊਟ ਐਨੀ ਪ੍ਰੋਬਲਮ, ਵਿਦਆਊਟ ਮਤਲਬ ਆਪਾਂ ਕਹਿ ਦਈਏ ਵੀ ਬਾਰ-ਬਾਰ ਤੁਸੀਂ ਸਾਨੂੰ ਕਾਲਿੰਗ ਕਰੋਗੇ ਇਸ ਨੰਬਰ ਤੇ, WhatsApp ਤੇ ਮੈਸੇਜ ਛੱਡੋਗੇ, ਉਹ ਸਾਰੀ ਝੰਜਟ ਆਪਾਂ ਖਤਮ ਕਰ ਦਾਂਗੇ। ਕੋਈ ਬੱਚਾ ਆਪਾਂ ਗਰੁੱਪ ਕ੍ਰੀਏਟ ਨਹੀਂ ਕਰਨਾ ਵੀ ਇਸ ਗਰੁੱਪ ਦੇ ਵਿੱਚ ਤੁਹਾਨੂੰ ਪਤਾ ਹੈ ਬ੍ਰੌਡਕਾਸਟ ਲਿਸਟ ਦੀ ਬਹੁਤ ਵੱਡੀ ਕਮੀ ਹੁੰਦੀ ਹੈ। ਇਹ ਆਮ ਤੌਰ ਤੇ ਹਰ ਬੱਚੇ ਨੂੰ ਨਹੀਂ ਪਤਾ ਹੁੰਦਾ। ਆਪਾਂ ਸੋਚਦੇ ਹਾਂ ਵੀ ਆਪਾਂ ਇੱਕ ਝੜ ਕੇ ਸਭ ਨੂੰ ਮੈਸੇਜ ਭੇਜਤਾ ਬਟ ਉਹਦੇ ਵਿੱਚੋਂ ਮੈਸੇਜ 40-50 ਬੱਚਿਆਂ ਕੋਲੇ ਮਸਾਂ ਪਹੁੰਚਦਾ ਹੁੰਦਾ, ਅੱਧਿਆਂ ਕੋਲੇ ਨਹੀਂ ਪਹੁੰਚਦਾ ਹੁੰਦਾ। ਇਹ ਡਿਸਐਡਵਾਂਟੇਜ ਆ ਬ੍ਰੌਡਕਾਸਟ ਲਿਸਟ ਦਾ, ਆਮ ਤੌਰ ਤੇ ਆਪਾਂ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ। ਸੋ ਸਾਰਾ ਕੁਝ ਆਪਾਂ ਨੂੰ ਇੱਥੇ ਹੀ ਮਿਲੇਗਾ। ਠੀਕ ਹੈ ਨਾ, ਤੇ ਜਿਨ੍ਹਾਂ ਬੱਚਿਆਂ ਕੋਲੇ ਐਪਲ ਦਾ ਫੋਨ ਹੈ ਉਹ ਡਾਊਨਲੋਡ ਕਰਨਗੇ ਮਾਈ ਇੰਸਟੀਟਿਊਟ। ਉਹ ਕੀ ਡਾਊਨਲੋਡ ਕਰਨਗੇ ਬੱਚੋ? ਉਹ ਡਾਊਨਲੋਡ ਕਰਨਗੇ ਮਾਈ ਇੰਸਟੀਟਿਊਟ। ਜਦੋਂ ਇਹ ਡਾਊਨਲੋਡ ਕਰੋਗੇ ਉਸ ਤੋਂ ਬਾਅਦ ਫਿਰ ਭਾਈ ਤੁਹਾਨੂੰ ਤੁਸੀਂ ਮਹਿੰਗਾ ਫੋਨ ਰੱਖਿਆ ਤਾਂ ਫਾਰਮੈਲਿਟੀਆਂ ਫਿਰ ਜ਼ਿਆਦਾ ਹੋਣਗੀਆਂ, ਤਾਂ ਤੁਸੀਂ ਫਿਰ ਇੱਕ ORG ਕੋਡ ਫਿਲ ਕਰਨਾ ਹੋਊਗਾ। ORG ਕੋਡ ਆਪਣਾ ਹੈਗਾ ਜੀ QUL। ਜਿਨ੍ਹਾਂ ਕੋਲੇ ਆਮ ਸਧਾਰਨ ਫੋਨ ਹੈ ਜਿਹੇ ਜਿਹੇ ਮੇਰੇ ਕੋਲੇ ਹੈ ਉਹ ਬਸ ਸਿੰਪਲ ਆਪਣਾ ਨਾਮ ਭਰਿਓ, ਸਿੱਧਾ ਆਪਣੀ ਐਪ ਓਪਨ ਹੋ ਜਾਏਗੀ। ਇਹ ਐਪਲ ਵਾਲਿਆਂ ਵਾਸਤੇ। ਠੀਕ ਹੈ ਨਾ, ਸੋ ਵਿਦਆਊਟ ਵੇਸਟਿੰਗ ਟਾਈਮ ਆਪਾਂ ਕਰਦੇ ਹਾਂ ਹੁਣ ਅੱਜ ਦੀ ਕਹਾਣੀ ਸਟਾਰਟ। ਇੱਕ ਨਵੇਂ ਤਰੀਕੇ ਦੇ ਕਰੰਟ ਅਫੇਅਰਸ ਹੋਣਗੇ, ਨਵੇਂ ਤਰੀਕੇ ਦੇ, ਜਿਵੇਂ ਮੈਂ ਲਾਸਟ ਵੀਡੀਓ 'ਚ ਆਲਰੇਡੀ ਦੱਸ ਵੀ ਚੁੱਕੇ ਹਾਂ। ਜਨਵਰੀ ਤੋਂ ਆਪਾਂ ਸਟਾਰਟ ਕਰਾਂਗੇ। ਜਨਵਰੀ ਤੋਂ ਲੈ ਕੇ ਕਿਉਂਕਿ ਆਮ ਤੌਰ ਤੇ ਆਪਣਾ ਕੋਈ ਵੀ ਐਗਜ਼ਾਮ ਮੈਨੂੰ ਲੱਗਦਾ ਨਹੀਂ ਵੀ ਮਈ ਜੂਨ ਤੋਂ ਪਹਿਲਾਂ ਹਾਲੇ ਸਾਰੇ ਐਗਜ਼ਾਮ ਆਪਣੇ ਹੋਣਗੇ ਤੇ 5-6 ਮਹੀਨਿਆਂ ਦੇ ਆਪਣੇ ਐਗਜ਼ਾਮ ਲਈ ਸਫੀਸ਼ੀਐਂਟ ਹੋਣਗੇ। ਕਾਫੀ ਮੈਂ ਕੋਸ਼ਿਸ਼ ਕਰੂੰਗਾ ਵੀ ਲਾਸਟ ਈਅਰ ਦੀ ਮੇਨ ਮੈਂ ਤੁਹਾਡੇ ਲਈ ਸਾਰਾ ਖਬਰਾਂ ਕੀ ਚੁਣ ਕੇ ਲਿਆਵਾਂ ਤਾਂ ਜੋ ਪੇਪਰ ਦੇ ਵਿੱਚ ਉਹ ਸਵਾਲਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਟੈਕਲ ਕਰ ਸਕੀਏ। ਠੀਕ ਹੈ ਨਾ, ਚਲੋ ਫਿਰ ਪਹਿਲੀ ਖਬਰ ਬੱਚੋ ਤੁਹਾਨੂੰ ਪਤਾ ਹੀ ਹੈ, ਸਿੰਪਲ, ਬਹੁਤ ਸਿੰਪਲ ਨਿਊਜ਼ ਹੈ। DRDO ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਆਪਣੇ ਮੁਲਕ ਦੀ ਸਭ ਤੋਂ ਵੱਡੀ, ਮੈਂ ਕਹਿੰਦਾ ਵੀ ਲਾਰਜੈਸਟ ਹੈ ਤੇ ਮੋਸਟ ਡਾਈਵਰਸ ਆਰਗੇਨਾਈਜੇਸ਼ਨਸ ਹੈ। ਵਨ ਆਫ ਦ ਗ੍ਰੇਟੈਸਟ ਮੰਨੀ ਜਾਂਦੀ ਹੈ ਆਪਣੇ ਮੁਲਕ ਦੀ ਬੱਚੋ। ਕਿਹੜੀ ਹੈ? DRDO। ਅੱਜ ਲਗਭਗ ਇਸ ਆਰਗੇਨਾਈਜੇਸ਼ਨ ਦੇ ਵਿੱਚ 5000 ਤਾਂ ਸਾਇੰਟਿਸਟ ਕੰਮ ਕਰਦਾ ਹੈ। ਇਮੇਜਿਨ ਕਰ ਸਕਦੇ ਆਪਾਂ ਕਿੰਨੀ ਲਾਰਜ ਬਾਡੀ ਹੈ। ਜੇਕਰ ਆਪਾਂ ਹੋਰ ਸਟਾਫ ਦੀ ਨਾਲ ਗੱਲ ਕਰੀਏ ਨਾ, ਹੋਰ ਸਟਾਫ ਵੀ ਮਿਲਾ ਲਈਏ ਆਪਾਂ, 30,000 ਬੰਦਿਆਂ ਦੀ ਬਾਡੀ ਹੈ, ਐਡੀ ਧਾਕੜ ਬਾਡੀ ਹੈ। ਤੇ ਇਸ ਬਾਡੀ ਨੂੰ ਫਿਰ ਇਸ ਸਾਲ 64 ਸਾਲ ਹੋ ਗਏ ਬਣੇ ਨੂੰ। ਕਿੰਨੇ ਸਾਲ ਹੋ ਗਏ ਬੱਚੋ? 64 ਸਾਲ ਹੋ ਚੁੱਕੇ ਹੈ। 1 ਜਨਵਰੀ ਨੂੰ ਇਹ ਬਾਡੀ ਬਣੀ ਸੀ DRDO। ਸਾਰਾ ਪੜਾਂਗੇ ਆਪਾਂ। DRDO ਨੂੰ ਫਾਊਂਡੇਸ਼ਨ ਡੇ ਬਣਾਇਆ ਗਿਆ ਬੱਚੋ ਇਹਨਾਂ ਦਾ 1 ਜਨਵਰੀ ਨੂੰ। ਇਹ ਕਿੰਨਵਾਂ ਫਾਊਂਡੇਸ਼ਨ ਡੇ ਯਾਦ ਰੱਖਣਾ ਆਪਾਂ? 64ਵਾਂ ਫਾਊਂਡੇਸ਼ਨ ਡੇ ਹੈ, 64th ਫਾਊਂਡੇਸ਼ਨ ਡੇ ਹੈ। ਸਭ ਤੋਂ ਵੱਡੀ ਗੱਲ ਕੀ ਆ ਵੀ DRDO ਇਹ ਏਜੰਸੀ ਕਿਸ ਦੇ ਅੰਡਰ ਕੰਮ ਕਰਦੀ ਹੈ? ਤੁਹਾਨੂੰ ਪਤਾ ਆਪਣੇ ਮਹਿਕਮੇ ਆਪਣੀਆਂ ਮਿਨਿਸਟਰੀਆਂ ਬਣੀਆਂ ਹੋਈਆਂ, ਜਿਵੇਂ ਆਪਣਾ ਡਿਫੈਂਸ ਮਿਨਿਸਟਰੀ ਹੈ, ਫਾਈਨਾਂਸ ਮਿਨਿਸਟਰੀ ਹੈ, ਐਗਰੀਕਲਚਰ ਮਿਨਿਸਟਰੀ ਹੈ ਨਾ, ਬਹੁਤ ਮਿਨਿਸਟਰੀਆਂ ਹੁੰਦੀਆਂ, ਬਹੁਤ ਮਿਨਿਸਟਰ ਪੜਾਂਗੇ ਆਪਾਂ ਅੱਗੇ ਜਾ ਕੇ। ਹਰ ਮਿਨਿਸਟਰੀ ਦੇ ਅੰਡਰ ਡਿਪਾਰਟਮੈਂਟ ਹੁੰਦੇ ਹੈ। ਹਰ ਮਿਨਿਸਟਰੀ ਦੇ ਅੰਡਰ ਕੀ ਹੁੰਦੇ ਆ? ਡਿਪਾਰਟਮੈਂਟ ਹੁੰਦੇ ਆ। ਜਿਵੇਂ ਮਿਨਿਸਟਰੀ ਆਫ ਆਪਣਾ ਕੀ ਹੈ ਇੱਥੇ, ਜਿਵੇਂ ਆਪਾਂ ਕਹਿੰਦੇ ਮਿਨਿਸਟਰੀ ਆਫ ਡਿਫੈਂਸ ਹੈ। ਮਿਨਿਸਟਰੀ ਆਫ ਡਿਫੈਂਸ ਦੇ ਅੰਡਰ ਬੱਚੋ 5 ਡਿਪਾਰਟਮੈਂਟ ਹੈ। ਜਿਵੇਂ ਡਿਪਾਰਟਮੈਂਟ ਆਫ ਮਿਲਟਰੀ ਅਫੇਅਰਸ,
डिपार्टमेंट ऑफ डिफेंस प्रोडक्शन, आई एक डिपार्टमेंट ऑफ डिफेंस रिसर्च एंड डेवलपमेंट, ये ਇਹਦੇ ਅੰਡਰ ਹੈ ਬੋਡੀ, ਇਹ ਇਹਦੇ ਅੰਡਰ ਇਸ ਇਹ ਏਜੰਸੀ ਇਹਦੇ ਅੰਡਰ ਕੰਮ ਕਰਦੀ ਹੈ। समझे मेरा पॉइंट की है? नोट करो माड़ा, DRDO इज द प्रीमियर एजेंसी। नोट का मतलब लिखन ना बैठ जाओ, दिमाग च नोट करो, ये सारी PDF ਤੁਹਾਨੂੰ ਬਣੀ ਬਣੀ ਸਿੱਧਾ ਮਿਲ ਜਾਣੀ ਹੈ। DRDO is the premier agency working under the Department of Defense Research and Development in Ministry of Defense। ਇਹ ਚੀਜ਼ ਆਪਾਂ ਯਾਦ ਰੱਖਣਾ ਹੈ। ਬਾਕੀ DRDO ਦਾ ਹੈੱਡਕੁਆਟਰ ਬੱਚੋ ਕਿੱਥੇ ਹੈ? ਦਿੱਲੀ ਦੇ ਵਿੱਚ ਹੈ, ਤੇ ਇਹਦਾ ਅੱਜ ਮੌਜੂਦਾ ਸੈਕਟਰੀ ਚੇਅਰਮੈਨ ਆਪਾਂ ਦੇਖੀਏ ਤਾਂ ਕੌਣ ਹੈ? ਸਤੀਸ਼ ਰੈਡੀ, ਸਤੀਸ਼ ਰੈਡੀ। ਬਾਕੀ ਇਹਨਾਂ ਬੋਡੀਜ਼ ਦੇ ਅੱਗੇ ਹੋਰ ਬਹੁਤ ਗੱਲਬਾਤ ਕਰਨੀ ਹੈ, ਅਜੇ ਤਾਂ ਫਸਟ ਕਲਾਸ ਹੀ ਹੈ। ਮੈਂ ਤਾਂ ਹੀ ਕਿਹਾ ਕਿ ਤੁਹਾਨੂੰ ਇਸ ਸੀਰੀਜ਼ ਦੇ ਵਿੱਚ ਐਟਲੀਸਟ 10 ਦਿਨ ਤਾਂ ਮੇਰੇ ਨਾਲ ਚੱਲਣਾ ਪਊਗਾ। 11ਵੇਂ ਦਿਨ ਦੇਖਿਓ ਤੁਸੀਂ ਫਿਰ ਕਿਸ ਲੈਵਲ ਤੇ ਹੋਵੋਗੇ, ਠੀਕ ਹੈ ਨਾ। ਵਿਦ ਪੈਸੇਜ ਆਫ ਟਾਈਮ ਹਰ ਚੀਜ਼ ਨੂੰ ਆਪਾਂ ਮਤਲਬ ਕੀ ਹੈ ਗੇਨ ਕਰਦੇ ਜਾਵਾਂ, ਨੌਲੇਜ ਅਨਲਿਮਿਟਿਡ ਮਿਲਣੀ ਆਪਾਂ ਨੂੰ। ਚਲੋ ਵੀ ਫਿਰ ਆਪਣਾ ਬੱਚੋ ਸਟਾਰਟ ਕੀਤਾ ਸਰਕਾਰ ਨੇ ਪੜੇ ਭਾਰਤ ਕੰਪੇਨ। ਬਹੁਤ ਬਹੁਤ ਲੋੜ ਆ, ਕਹਿੰਦੇ ਸਰਕਾਰ ਨੇ ਕਿਹਾ ਬਹੁਤ ਜ਼ਿਆਦਾ ਲੋੜ ਹੈ ਇਸ ਕੰਪੇਨ ਦੀ। ਨਾਂ ਤੇ ਪਤਾ ਲੱਗੀ ਜਾਂਦਾ ਬੱਚੋ ਇਹ ਕੰਪੇਨ ਕਿਹਦਾ ਹੋਊਗਾ, ਪੜ੍ਹਾਈ ਦੀ ਗੱਲ ਹੋ ਰਹੀ ਹੈ ਤਾਂ ਇਹ ਕੰਪੇਨ ਆਪਣਾ ਫਿਰ ਲੈ ਕੇ ਆਇਆ ਐਜੂਕੇਸ਼ਨ ਮਿਨਿਸਟਰ। ਇਹ ਕੌਣ ਲੈ ਕੇ ਆਇਆ? ਧਰਮਿੰਦਰ ਪ੍ਰਧਾਨ ਲੈ ਕੇ ਆਇਆ। ਸਭ ਕਹਿੰਦੇ ਵੀ ਜਵਾਕਾਂ ਦਾ ਜਮਾ ਸਤਿਆਨਾਸ਼ ਹੋਇਆ ਪਿਆ, ਜਵਾਕਾਂ ਦੀ ਜਮਾ ਜਖਣਾ ਵੱਢੀ ਪਈ ਹੈ। ਪਹਿਲੀ ਗੱਲ ਤਾਂ ਜਵਾਕ ਨਾ ਸਾਰਾ ਦਿਨ ਮੋਬਾਈਲ ਚੱਕੀ ਰੱਖਦੇ ਆ, ਵੀ ਇਹਨਾਂ ਨੂੰ ਮਾੜਾ ਮੋਟਾ ਇਹਨਾਂ ਨੂੰ ਪੜ੍ਹਾਓ, ਮਤਲਬ ਲਰਨਿੰਗ ਸਕਿੱਲਸ ਡਿਵੈਲਪ ਕਰੋ। ਤੁਸੀਂ ਆਪਾਂ ਦੇਖੋ ਅੱਜ ਆਪਣਾ ਕੀ ਹਾਲ ਹੈ, ਅੱਜ ਅੰਗਰੇਜ਼ੀ ਆਪਾਂ ਨੂੰ ਟੱਚ ਕਰੀ ਜਾਂਦੀ ਹੈ, ਤੰਗ ਕਰੀ ਜਾਂਦੀ ਹੈ। ਲਰਨਿੰਗ ਸਕਿੱਲਸ ਹੈ ਨਹੀਂ ਆਪਣੇ ਵਿੱਚ, ਵਕੈਬ ਆਪਾਂ ਨੂੰ ਅੱਜ ਤੱਕ ਵੀ ਤੰਗ ਕਰੀ ਜਾਂਦੀ ਹੈ, ਲਰਨਿੰਗ ਸਕਿੱਲ ਹੈ ਨਹੀਂ ਆਪਣੇ ਚ। ਇਹ ਕਹਿੰਦੇ ਵੀ ਭਾਈ ਸ਼ੁਰੂ ਤੋਂ ਲੱਗ ਜਾਓ, ਸ਼ੁਰੂ ਤੋਂ ਤੇ ਕਲਾਸ 8ਵੀਂ ਤੱਕ ਇਹ ਪ੍ਰੋਗਰਾਮ ਚਲਾਓ ਜਿਹਦੇ ਵਿੱਚ ਜਵਾਕਾਂ ਨੂੰ ਕਿਤਾਬਾਂ ਪੜ੍ਹਾਓ ਤੇ ਮੋਬਾਈਲ ਛਡਾਓ। ਪਹਿਲੀ ਗੱਲ ਤਾਂ ਪੜ੍ਹਾਈ ਦਾ ਨਾਂ ਸੁਣ ਕੇ ਨਾਲ ਦੀ ਨਾਲ ਬਾਸੀਆਂ ਆ ਜਾਂਦੀਆਂ। ਤੁਹਾਡੇ ਚੋਂ ਬਥੇਰੇ ਲੈਣ ਵੀ ਲੱਗੇ ਹੋਣਗੇ, ਐਂ ਪਤਾ ਅੱਧੇ ਨੇ ਤਾਂ ਮਤਲਬ ਹਥਿਆਰ ਸੱਟ ਤੇ ਹੁਣ ਵੀ ਕਿੱਥੇ ਬੰਝ ਕੱਢਿਆ, ਪਤਾ ਨਹੀਂ ਕੀ ਪੜਾਉਣ ਲੱਗ ਗਿਆ ਇਹ। ਚੰਗਾ ਭਲਾ ਹਿਸਟਰੀ ਪੋਲਿਟੀ ਪੜਾਉਂਦਾ ਹੁੰਦਾ ਸੀ, ਕਿੱਧਰ ਚੱਲ ਪਿਆ? ਤੁਹਾਡੇ ਚੋਂ ਅੱਧੇ ਤਾਂ ਇੱਥੇ ਹੀ ਬਾਸੀਆਂ ਲੈਣ ਲੱਗ ਗਏ ਹੋਣਗੇ। ਬਟ ਦੇਖਦੇ ਆ ਕਿਹੜਾ ਬਿਰਲਾ ਜਮਾ ਐਂਡ ਤੱਕ ਪਹੁੰਚਦਾ। ਐਂਡ ਤੇ ਆਪਾਂ ਇੱਕ ਕੋਡ ਰੱਖਾਂਗੇ, ਉਹ ਜਿਵੇਂ PTPLS ਐਗਜ਼ਾਮ ਵੇਲੇ ਰੱਖੇ ਸੀ ਆਪਾਂ। ਦੇਖਦੇ ਆ ਫਿਰ ਐਂਡ ਤੇ ਮੈਂ ਕੋਡ ਦੱਸੂਗਾ, ਜਿਹਦੇ ਐਂਡ ਤੱਕ ਫਿਰ ਕਿਹੜਾ ਬੱਚਾ ਇਹ ਕਲਾਸ ਲਾਊਗਾ ਦੇਖਾਂਗੇ ਅੱਜ ਫਿਰ, ਠੀਕ ਹੈ ਨਾ। ਇਹ ਕੰਪੇਨ ਆ ਬੱਚੋ ਪੜੇ ਭਾਰਤ, ਇਹ 100 ਡੇ ਰੀਡਿੰਗ ਪ੍ਰੋਗਰਾਮ ਹੋਊਗਾ, 100 ਡੇ ਰੀਡਿੰਗ ਪ੍ਰੋਗਰਾਮ। ਇਹ ਕਿੱਦੇ ਲਾਂਚ ਹੋਇਆ ਤੁਹਾਨੂੰ ਪਤਾ ਹੀ ਹੈ, ਆਪਾਂ ਸਟਾਰਟ ਕਰੰਟ ਅਫੇਅਰ ਜਨਵਰੀ ਤੋਂ ਕੀਤੀ ਹੈ, 1 ਜਨਵਰੀ ਤੋਂ ਲਾਂਚ ਕੀਤਾ ਹੈ, 10 ਅਪ੍ਰੈਲ ਤੱਕ ਇਹ ਕੰਪੇਨ ਕੀ ਹੈ ਚੱਲੂਗਾ। ਤੇ ਕਵਰਡ ਅੰਡਰ ਦਿਸ ਕੰਪੇਨ ਯਾਦ ਰੱਖਣਾ ਹੈ ਵੀ ਇਸ ਕੰਪੇਨ ਦੇ ਅੰਡਰ ਮਤਲਬ ਇਹ ਆਪਣੇ ਹੁਣ ਬੁੜਿਆਂ ਵਾਸਤੇ ਨਹੀਂ ਹੈਗਾ ਪ੍ਰੋਗਰਾਮ, ਇਹ ਬਾਲ ਵਾਟਿਕਾ ਤੋਂ ਲੈ ਕੇ ਕਲਾਸ 8ਵੀਂ ਤੱਕ ਹੈ, ਮਤਲਬ ਛੋਟੇ ਬੱਚਿਆਂ ਤੋਂ ਲੈ ਕੇ ਕਲਾਸ 8ਵੀਂ ਤੱਕ ਕੀ ਹੈ ਇਹ ਪੜੇ ਭਾਰਤ ਕੰਪੇਨ ਆਪਾਂ ਰੱਖਣਾ ਹੈ ਯਾਦ। ਹੁਣ ਸਭ ਤੋਂ ਵੱਡੀ ਗੱਲ ਨਾਲ ਆਪਾਂ ਇਹ ਵੀ ਯਾਦ ਰੱਖਣੀ ਹੈ ਵੀ ਇਹ ਕੰਪੇਨ ਹੋਰ ਚੀਜ਼ ਤੇ ਫੋਕਸ ਕਰੂਗਾ, ਭਾਸ਼ਾਵਾਂ ਤੇ ਵੀ ਫੋਕਸ ਕਰੂਗਾ, ਕਿਉਂਕਿ ਬੱਚੇ ਪੜ੍ਹ ਤਾਂ ਰਹੇ ਹੈ ਬਟ ਅੱਜ ਬੱਚੇ ਸਿਰਫ ਕੀ ਪੜ੍ਹ ਰਹੇ ਹੈ? ਅੰਗਰੇਜ਼ੀ ਭਾਸ਼ਾ ਪੜ੍ਹ ਰਹੇ ਹੈ। ਪੰਜਾਬ ਦੇ ਵਿੱਚ ਹੀ ਲਾ ਲਓ, ਸਾਡੇ ਗਵਾਂਢ ਚ ਆਸੇ ਪਾਸੇ ਲਾ ਲਓ ਵੀ ਜਵਾਕ ਨਿੱਕੇ ਨਿੱਕੇ ਬੱਚੇ ਅੰਗਰੇਜ਼ੀ ਤੇ ਹਿੰਦੀ ਬੋਲ ਰਹੇ ਹੈ, ਜਦ ਕਿ ਰਹੀ ਬਠਿੰਡੇ ਜਾਂਦੇ ਹੈ। ਪੰਜਾਬੀ ਦੇ ਵਿੱਚ ਤਾਂ ਜੇ ਕੋਈ ਮੈਂ ਕਿਸੇ ਨੂੰ ਗਲੀ ਚ ਖੜਾ ਕੇ ਪੁੱਛ ਲਾ ਨਾ ਜਵਾਬ ਹੀ ਨਹੀਂ ਦਿੰਦੇ, ਵੀ ਪਤਾ ਹੀ ਨਹੀਂ ਲੱਗਦਾ ਵੀ ਮਾਰੀ ਕੀ ਜਾਂਦਾ ਹੈ, ਵੀ ਮੈਨੂੰ ਤਾਂ ਅਨਪੜ੍ਹ ਹੀ ਗਿਣਦੇ ਹੈ, ਕਿਉਂਕਿ ਆਪਣੀਆਂ ਲੋਕਲ ਭਾਸ਼ਾਵਾਂ ਬਹੁਤ ਜ਼ਿਆਦਾ ਪਿਛੜ ਗਈਆਂ। ਤੇ ਇਸ ਕੰਪੇਨ ਦੀ ਖਾਸ ਗੱਲ ਇਹ ਵੀ ਹੈ ਵੀ ਇਹ ਇਸ ਚੀਜ਼ ਤੇ ਵੀ ਕੰਮ ਕਰੂਗਾ, ਇਸ ਚੀਜ਼ ਦੀ ਵਰਕਆਊਟ ਕਰੂਗਾ, ਕਿਉਂਕਿ ਇੱਕ ਦਿਨ ਆਊਗਾ ਸੰਨ ਦਿਨ ਆਊਗਾ ਇੰਟਰਨੈਸ਼ਨਲ ਮਦਰ ਟੰਗ ਡੇ ਆਊਗਾ ਬੱਚੋ, ਜਿਹੜਾ ਕਿ 21 ਫਰਵਰੀ ਨੂੰ ਬਣਾਇਆ ਜਾਂਦਾ ਹੈ। ਤਾਂ ਇਸੇ ਦਿਨ ਸਾਰੇ ਮੁਲਕ ਦੇ ਵਿੱਚ ਫਿਰ ਇਹਨਾਂ ਨੇ ਕਿਹਾ ਹੈ ਵੀ ਤੁਸੀਂ ਆਪਦੀ ਮਾਤਰ ਭਾਸ਼ਾ ਮੂਹਰੇ ਰੱਖਣੀ ਹੈ, ਆਪਦੀ ਮਦਰ ਟੰਗ ਲੈਂਗੁਏਜ ਵਿੱਚ ਕੀ ਹੈ ਤੁਸੀਂ ਕਹਾਣੀਆਂ ਪੜ੍ਹਨੀਆਂ ਹੈ। ਜਿਵੇਂ ਕਿਹਨਾਂ ਨੇ ਕੀ ਕਿਹਾ, ਕਹਾਣੀ ਪੜੋ ਆਪਣੇ ਭਾਸ਼ਾ ਮੇਂ, ਇਹ ਕਹਾਣੀਆਂ ਪੜੋ ਆਪੋ ਆਪਣੀਆਂ ਭਾਸ਼ਾਵਾਂ ਦੇ ਵਿੱਚ। ਸੋ ਇਹ ਵੀ ਇਸ ਕੰਪੇਨ ਦੀ ਖਾਸ ਗੱਲ ਹੈ। ਹਮੜਾ ਰੀਡ ਕਰ ਦਿੰਦਾ, ਦ ਕੰਪੇਨ ਵਿਲ ਆਲਸੋ ਫੋਕਸ ਔਨ ਇੰਡੀਅਨ ਲੈਂਗੁਏजेस, ਦ ਕੰਪੇਨ ਹੈਜ਼ ਆਲਸੋ ਬੀਨ ਇੰਟੀਗ੍ਰੇਟਡ, ਵੀ ਇਹਨੂੰ ਨਾਲ ਇੰਟੀਗ੍ਰੇਟ ਕਰਤਾ ਵੀ ਜਿੱਦੇ ਭਾਈ ਆਪਾਂ ਇੰਟਰਨੈਸ਼ਨਲ ਮਦਰ ਟੰਗ ਡੇ ਸੈਲੀਬ੍ਰੇਟ ਕਰਾਂਗੇ, ਕਿੱਦੇ ਕਰਾਂਗੇ 21 ਫਰਵਰੀ ਨੂੰ, ਉਹਦੇ ਫਿਰ ਆਪਾਂ ਕੀ ਸੈਲੀਬ੍ਰੇਟ ਕਰਨਾ ਨਾਲ ਕਹਾਣੀ ਪੜੋ ਆਪਣੀ ਭਾਸ਼ਾ ਮੇਂ, ਉਹਦੇ ਪ੍ਰੋਗਰਾਮ ਚੱਲੂਗਾ। ਸੋ 21 ਫਰਵਰੀ ਦੀ ਖਬਰ ਵੀ ਆਪਾਂ ਅੱਜ ਹੀ ਦੇਖ ਲਈ। ਚਲੋ ਜੀ ਅਗਲਾ ਕੁਐਸਚਨ 19th, ਆਹ ਖਬਰ ਬੱਚੇ ਨੂੰ ਬੜੀ ਤੰਗ ਕਰਦੀ ਹੈ, ਕਿਉਂਕਿ ਚੱਕਰ ਕੀ ਹੈ ਆਮ ਤੌਰ ਤੇ ਸੀਰੀਜ਼ਾਂ ਤੁਸੀਂ YouTube ਤੇ ਸਾਰੀ ਇੰਡੀਆ ਜਿਹੜੀ ਫੋਲੋ ਕਰਦੇ ਹੁੰਦੇ ਹੋ MCQ ਸੀਰੀਜ਼ ਹੁੰਦੀ ਹੈ। ਹੁਣ ਇਹੋ ਜਿਹਾ ਕੁਝ ਬੱਚੇ ਨੂੰ ਨਹੀਂ ਪਤਾ ਹੁੰਦਾ, ਹੁਣ ਕੀ ਆਹ 19ਵਾਂ ਟ੍ਰੈਂਚ ਆਫ ਇਲੈਕਟੋਰਲ ਬੌਂਡਸ ਅਪਰੂਵਡ, ਹਾਂ ਇੰਨਾ ਪਤਾ ਲੱਗ ਗਿਆ ਆਪਾਂ ਨੂੰ ਵੀ ਸਰਕਾਰ ਨੇ ਕੋਈ 19ਵਾਂ ਇਲੈਕਟੋਰਲ ਬੌਂਡ ਅਪਰੂਵ ਕਰਤਾ। ਹੁਣ ਇਹ ਵੀ ਨਾਂ ਤੋਂ ਪਤਾ ਲੱਗ ਗਿਆ ਬੱਚੇ ਨੂੰ ਵੀ ਇਲੈਕਟੋਰਲ ਬੌਂਡ ਕਹਿ ਰਹੇ ਹੈ ਵੀ ਇਲੈਕਸ਼ਨ ਦੇ ਨਾਲ ਰਿਲੇਟਡ ਹੀ ਲੱਗਦਾ। ਹੁਣ ਇੰਨੇ ਬੁੱਟ ਤਾਂ ਹੈ ਨਹੀਂ ਆਪਾਂ ਵੀ ਇਲੈਕਟੋਰਲ ਬੌਂਡ ਰੱਖਿਆ ਵੀ ਕੋਈ ਇਹ ਵੀ ਰੇਲਵੇ ਨਾਲ ਸੰਬੰਧਿਤ ਹੋਊਗਾ, ਬਟ ਹੁੰਦਾ ਕੀ ਹੈ
ਦੇਖੋ ਮੇਨ ਇਲੈਕਸ਼ਨ 'ਚ ਕੀ ਹੁੰਦਾ ਹੈ, ਇਲੈਕਸ਼ਨ 'ਚ ਜਿਹੜੀ ਪਾਰਟੀ ਆਪਾਂ ਨੂੰ ਆਮ ਲੋਕਾਂ ਨੂੰ ਪਸੰਦ ਹੈ ਆਪਾਂ ਉਹਦੀ ਖੁੱਲ ਕੇ ਸਪੋਰਟ ਕਰਦੇ ਹਾਂ, ਆਪਾਂ ਕਰਦੇ ਹਾਂ ਉਹਨੂੰ ਫੰਡਿੰਗ, ਆਪਾਂ ਉਹਨੂੰ ਪੈਸਾ ਤੇ ਲਟਕਾ ਦੇ ਕੇ ਆਉਣੇ ਆ ਵੀ ਇੰਨੇ ਨਾਲ ਪੱਕੀ ਮੋਹਰ ਲੱਗ ਜਾਂਦੀ ਹੈ ਵੀ ਭਾਈ ਦੇਖ ਮੈਂ ਤੇਰਾ ਸਪੋਰਟਰ ਵੀ ਕੱਲ ਨੂੰ ਲੋੜ ਪੈਣ ਤੇ ਪਛਾਣ ਦੀ ਮੈਨੂੰ, ਹੈ ਕਿ ਨਹੀਂ। ਆਪਣੇ ਪਿੰਡਾਂ 'ਚ ਬੜਾ ਰਿਵਾਜ ਹੈ, ਵੱਡੇ ਇਸ ਵਾਰ ਤਾਂ ਕਹਾਣੀ ਨੂੰ ਪਤਾ ਪਲਟੀ ਗਈ, ਇਸ ਵਾਰ ਉੱਤੋਂ ਕੁਝ ਹੋਰ ਸੀ ਵਿੱਚ ਫੰਡ ਕਿਸੇ ਹੋਰ ਨੂੰ ਦੇਤਾ। ਹੁਣ ਚੱਕਰ ਕੀ ਪੈਂਦਾ ਹੈ, ਇਲੈਕਟੋਰਲ ਆਪਾਂ ਕੁਐਸਚਨ ਤੇ ਆਉਣੇ ਆ, ਵੋਟਾਂ ਦੇ ਬਾਅਦ ਚ ਆਵਾਂਗੇ ਆਪਾਂ। ਇਹ ਇਲੈਕਟੋਰਲ ਬੌਂਡ ਕੀ ਹੁੰਦੇ ਆ, ਮੰਨ ਲਓ ਅੱਜ ਮੰਨ ਲਓ ਪਹਿਲਾਂ ਇਹ 2018 ਚ ਆਏ ਸੀ, 18 ਤੋਂ ਪਹਿਲਾਂ ਇਲੈਕਟੋਰਲ ਬੌਂਡ ਨਾਮ ਦੀ ਚੀਜ਼ ਆਪਣੇ ਦੇਸ਼ ਚ ਨਹੀਂ ਸੀ। ਇਹ ਚੀਜ਼ ਕੀ ਹੈ, ਵਾਟ ਇਜ਼ ਦਿਸ ਇਲੈਕਟੋਰਲ ਬੌਂਡ। ਆਪਾਂ ਮੰਨ ਲਓ 18 ਤੋਂ ਪਹਿਲਾਂ ਕੀ ਹੁੰਦਾ ਸੀਗਾ ਵੀ ਮੰਨ ਲਓ ਆਪਾਂ ਕਿਸੇ ਪਾਰਟੀ ਨੂੰ ਫੰਡ ਦੇਣਾ, ਜੇਕਰ ਉਹ ਫੰਡ ਮੰਨ ਲਓ 20,000 ਤੋਂ ਘੱਟ ਹੈ, ਆਪਾਂ ਕੀ ਕਰਦੇ, ਚੁੱਪ ਕਰਕੇ ਸਿੱਧਾ ਜਾ ਕੇ ਜੇਬੀ ਚ ਪਾਏ ਹੁੰਦੇ, ਕੋਈ ਆਪਾਂ ਨੂੰ ਚੈੱਕ ਲੈਣੀ ਸੀ, ਕੋਈ ਲੈਣ ਨਹੀਂ, ਕੋਈ ਲੋੜ ਨਹੀਂ, ਕੁਝ ਨਹੀਂ ਹੈਗਾ ਵੀ ਪਹਿਲਾਂ ਸਰਕਾਰਾਂ ਨੂੰ ਫੰਡ, ਪਹਿਲਾਂ ਪਾਰਟੀਆਂ ਨੂੰ ਫੰਡ ਲੋਕ ਆਈ ਦੇ ਗਏ ਆ ਇਹਨੂੰ ਸਪੋਰਟ ਕਰਨ ਵਾਸਤੇ। ਬਟ 90% ਫੰਡ ਦੇਣ ਵਾਲੇ ਬੰਦੇ 20,000 ਤੋਂ ਥੱਲੇ ਵਾਲੇ ਹੁੰਦੇ ਆ, ਸੋ ਉਸ ਚ ਘਪਲੇਬਾਜ਼ੀ ਬੜੀ ਹੁੰਦੀ ਹੈ, ਪਤਾ ਹੀ ਨਹੀਂ ਪੈਸਾ ਕਿੱਥੋਂ ਆਈ ਜਾਂਦਾ ਕਿੱਧਰ ਜਾਈ ਜਾਂਦਾ। ਜਿਵੇਂ ਕਹਿੰਦੇ ਬਲੈਕ ਮਨੀ ਜਿਹੜੀ ਕਨਵਰਟ ਹੋ ਰਹੀ ਆ ਵਾਈਟ ਮਨੀ ਦੇ ਵਿੱਚ, ਪਤਾ ਨਹੀਂ ਕੀ ਕੁਛ ਨਹੀਂ, ਆਪਣੇ ਗੱਲਾਂ ਵਸੋਂ ਬਾਹਰ ਹੈ। ਪਹਿਲੀ ਗੱਲ ਤਾਂ ਆਪਾਂ ਕਦੇ ਲੱਖ ਰੁਪਇਆ ਇਕੱਠਾ ਦੇਖਿਆ ਹੀ ਨਹੀਂ, ਆਪਾਂ ਸਿੱਧੀ ਜੀ ਗੱਲ ਹੈ, ਆਪਾਂ ਤਾਂ ਅਖਬਾਰਾਂ 'ਚ ਹੀ ਪੜ੍ਹਿਆ ਵੀ ਬਲੈਕ ਮਨੀ ਆ ਇੰਨੇ ਕਰੋੜ ਫੜ ਲਿਆ, ਜੇ ਆ ਉਹ ਹੈ, ਬਸ ਉਹੀ ਉਹਦੇ ਮਨ ਪਰਚਾਵਾ ਕਰੀ ਜਾਂਦੇ ਆ। ਬਟ ਇਲੈਕਟੋਰਲ ਬੌਂਡ ਲਿਆਉਣ ਦਾ ਮੇਨ ਮਕਸਦ ਕੀ ਹੈ ਵੀ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਖਾਤੇ ਚੋਂ ਰੁਪਏ ਨਿਕਲ ਰਹੇ ਆ। ਹੁਣ ਮੰਨ ਲਓ ਮੈਂ ਕਿਸੇ ਪਾਰਟੀ ਨੂੰ ਸਪੋਰਟ ਕਰਦਾ, ਮੰਨ ਲਓ ਮੈਂ ਆਮ ਆਦਮੀ ਪਾਰਟੀ ਨੂੰ ਕਰਦਾ, ਜਿਵੇਂ ਕਿ ਹੁਣ ਹਰ ਬੰਦਾ ਹੀ ਕਰਦਾ, ਸੁਖਣਾ ਸਰਕਾਰ ਬਣ ਗਈ ਨਾ। ਮੰਨ ਲਓ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਵੀ ਭਾਈ, ਮੈਂ ਆਪਦਾ ਨਾਮ ਲਿਖ ਲਿਆ, ਰੂਪੀ ਪਾ ਲਿਆ ਮੈਂ ਆਪਦਾ ਨਾਮ, ਰੂਪੀ ਸਾਹਿਬ ਸਪੋਰਟ ਕਰਦੇ ਆਮ ਆਦਮੀ ਪਾਰਟੀ ਨੂੰ। ਮੈਂ ਚਲਾ ਗਿਆ SBI ਬੈਂਕ ਦੇ ਵਿੱਚ, SBI ਬੈਂਕ 'ਚ ਮੈਂ ਜਾ ਕੇ ਕਿਹਾ ਵੀ ਭਾਈ ਮੈਨੂੰ ਬੌਂਡ ਦਿਓ, ਇਲੈਕਟੋਰਲ ਬੌਂਡ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਚੈੱਕ ਭਰਦੇ ਆ, ਇੱਥੇ ਬੌਂਡ ਭਰਦੇ ਆ ਆਪਾਂ। ਮੈਂ ਜਾ ਕੇ ਕਹਤਾ ਵੀ ਮੈਨੂੰ 10,000 ਰੁਪਇਆ ਦਾ ਬੌਂਡ ਚਾਹੀਦਾ, 10 ਲੱਖ ਦੀ ਕਹਤਾ, ਅਮੀਰ ਹੋ ਗਿਆ ਥੋੜਾ ਜਿਹਾ ਮੈਂ, 10 ਲੱਖ ਦਾ ਜਾ ਕੇ ਮੈਂ ਕਹਤਾ ਮੈਨੂੰ ਬੌਂਡ ਦਿਓ ਬਈ ਓਏ, ਆਮ ਆਦਮੀ ਪਾਰਟੀ ਨੂੰ ਦੇਣਾ। SBI ਫਿਰ ਮੈਨੂੰ 10 ਲੱਖ ਦਾ ਬੌਂਡ ਜਾਰੀ ਕਰ ਦੂ, ਉਹ ਬੌਂਡ ਜਦ ਜਾਰੀ ਕਰਤਾ, ਉਹ ਜਾ ਕੇ ਫਿਰ ਮੈਂ ਬੌਂਡ ਆਮ ਆਦਮੀ ਪਾਰਟੀ ਨੂੰ ਦੇ ਸਕਦਾ। ਇਹਦਾ ਮਤਲਬ ਮੈਂ ਉਹਨੂੰ ਸਿੱਧਾ ਪੈਸੇ ਨਹੀਂ ਦਿੱਤੇ, ਮੈਂ ਉਹਨੂੰ ਜਾ ਕੇ ਬੌਂਡ ਦਿੱਤਾ, ਉਹ ਮੇਰੇ ਖਾਤੇ ਚੋਂ ਆਪੇ ਡਿਡਕਟ ਹੋ ਜਾਣਗੇ ਜਦੋਂ ਆਪਣੀ ਇਸ ਪਾਰਟੀ ਕੋਲੇ ਪਹੁੰਚ ਗਿਆ। ਇੱਕ ਗੱਲ ਆਪਾਂ ਹੋਰ ਯਾਦ ਰੱਖਣੀ ਹੈ, ਮੈਂ ਤੇ ਆਮ ਆਦਮੀ ਪਾਰਟੀ ਹੀ ਕਿਉਂ ਕਿਹਾ, ਇੱਥੇ ਹਰ ਜਣੀ ਖਣੀ ਪਾਰਟੀ ਨੂੰ ਆਪਾਂ ਬੌਂਡ ਜਾਰੀ ਨਹੀਂ ਕਰ ਸਕਦੇ। ਐਂ ਤਾਂ ਪੈਸਾ ਫਿਰ ਉਹੀ ਗੱਲ ਆ ਗਈ ਯਾਰ, ਤੇਰੇ ਮੇਰੇ ਵਰਗਾ ਘਰੇ 4 ਬੰਦੇ ਬਹਿ ਕੇ ਐਂ ਪਤਾ ਪਾਰਟੀ ਬਣਾ ਲੈਣ ਤੇ ਮੁੜ ਕੇ ਪੈਸਾ ਇਕੱਠਾ ਕਰਨ ਲੱਗ ਜਾਣ, ਐਂ ਥੋੜੀ ਹੁੰਦਾ, ਫਿਰ ਤਾਂ ਉਹੀ ਕੰਮ ਫਿਰ ਚੱਲ ਪਿਆ, ਟਰਾਂਸਪੇਰੈਂਸੀ ਫਿਰ ਖਤਮ ਹੋ ਜਾਊਗੀ। ਪਾਰਟੀ ਇੱਥੇ ਆਪਾਂ ਉਹਨੂੰ ਹੀ ਮੰਨਣਾ ਹੈ ਜਿਹੜੀ ਰੀਪ੍ਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਦੇ ਤਹਿਤ ਜਿਹੜੀ ਰਜਿਸਟਰਡ ਪਾਰਟੀ ਹੋਵੇ। ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ, ਚਲੋ ਆਪਾਂ ਇੰਨਾ ਵੀ ਬੜਾ ਟੈਕਨੀਕਲ ਨਾ ਜਾਓ, ਜਾਂ ਐਂ ਕਹਿ ਲਓ ਵੀ ਜਿਹੜੀ ਪਾਰਟੀ ਨੂੰ ਪਿਛਲੇ ਦੇ ਵਿੱਚ ਘੱਟੋ ਘੱਟ 1% ਵੋਟਾਂ ਪਈਆਂ ਹੋਣ, ਸਮਝਦੇ ਮੇਰੀ ਗੱਲ। ਇਲੈਕਟੋਰਲ ਬਾਉਂਡ ਹੁੰਦੇ ਆ ਇਹ, ਜੇ ਹਲੀ ਸਮਝ ਨਹੀਂ ਆਇਆ ਪਹਿਲਾਂ ਮਾੜੀ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਇਹ ਤੁਹਾਨੂੰ ਪਤਾ ਮੈਂ SBI ਕਿਉਂ ਲਿਆ, ਕਿਉਂਕਿ ਪੇਪਰ ਦਾ ਸਵਾਲ ਬਣਨਾ, ਆਉਣ ਵਾਲਾ ਪੇਪਰਾਂ 'ਚ ਸਵਾਲ ਪੱਕਾ ਬਣਨਾ, ਜਮਾ ਵੱਟ ਤੇ ਧਰਿਆ ਪਿਆ, ਕਿਉਂਕਿ ਇਹ ਬਾਉਂਡ ਕੱਲੀ ਆਪਣੇ ਮੁਲਕ ਦੇ ਵਿੱਚ SBI ਹੀ ਜਾਰੀ ਕਰ ਸਕਦੀ ਹੈ, ਹੋਰ ਕਿਸੇ ਬੈਂਕ ਕੋਲੇ ਅਧਿਕਾਰ ਨਹੀਂ ਹੈਗਾ। ਆ ਬੜਾ ਆਪਾਂ ਦੇਖ ਲੈਂਦੇ ਹਾਂ, ਇਹ ਭਾਈ 19ਵੀਂ ਵਾਰ ਬੌਂਡ ਇਹਨਾਂ ਨੇ ਮਤਲਬ ਇਸ਼ੂ ਕਰਨੇ ਆ ਇਸ ਵਾਰ, ਕਿਉਂਕਿ ਖਾਸ ਦਿਨਾਂ ਤੇ ਕਰਦੇ ਹੁੰਦੇ ਆ ਇਹ, ਐ ਨਹੀਂ ਚੱਕ ਕੇ ਬੂਥਾ ਆਪਾਂ ਹੁਣ ਆ ਹੋਲੀ ਵਾਲੇ ਦਿਨ ਵਗ ਜਾਾਂਗੇ ਵੀ ਸਰ ਵੀ ਮੈਨੂੰ ਬੌਂਡ ਦਿਓ ਜੀ, ਮੈਂ ਇੱਥੇ ਮਤਲਬ ਫਲਾਨੀ ਪਾਰਟੀ ਨੂੰ ਦੇਣਾ, ਲਪੇੜਾ ਮਰੂ, ਤੂੰ ਕਿਹੜੀ ਪਾਰਟੀ ਨੂੰ ਦੇਣਾ ਵੀ ਦੇ ਕੇ ਤੈਨੂੰ ਚੈੱਕ ਕੱਟ ਕਿਉਂ ਤੇਰਾ ਫਿਰਦਾ ਪਾਗਲਾਂ ਨੂੰ, ਐ ਨਹੀਂ ਹੁੰਦਾ। ਇਹ ਸਰਕਾਰ ਇਹ ਮਤਲਬ ਪਾਰਟੀਕੂਲਰ 10 ਦਿਨ ਖੋਲਦੇ ਆ, ਜਿਵੇਂ ਦੇਖੋ ਸੇਲ ਆਫ ਇਲੈਕਟੋਰਲ ਬੌਂਡਸ ਵਿਲ ਬੀ ਓਪਨ ਫਰੋਮ 1 ਜਨਵਰੀ ਤੋਂ 10 ਜਨਵਰੀ 2022। ਸੋ ਇਹਦੇ ਵਿੱਚ ਜਾ ਕੇ ਹੀ ਆਪਾਂ ਬੌਂਡ ਲੈਣਾ ਵੀ ਕਿਤੋਂ ਹੈ, SBI ਤੋਂ। SBI ਆ ਦੇਖੋ ਕੀ ਲਿਖਿਆ, SBI has been authorized to issue and in cash bonds through its 29 authorized branches। ਸਮਝ ਮੇਰੀ ਗੱਲ, ਇਹ ਚੀਜ਼ ਆਪਾਂ ਰੱਖਣੀ ਹੈ ਯਾਦ। ਇਹ ਤੁਹਾਨੂੰ ਪਤਾ ਹੀ ਆ ਖਬਰ ਕਿਆ ਕੀਮਤੀ ਕਿਉਂ ਹੈ, ਸੁਖਣਾ 5 ਥਾਵਾਂ ਤੇ ਵੋਟਾਂ ਪੈ ਕੇ ਹਟੀਆਂ, ਇਹ ਵੀ ਦੇਖਾਂਗੇ ਆਪਾਂ, ਇਲੈਕਸ਼ਨਸ ਵੀ ਦੇਖਾਂਗੇ। ਇਲੈਕਟੋਰਲ ਬੌਂਡਸ ਹੁੰਦਾ ਕੀ ਹੈ, ਇਹ ਪ੍ਰੋਪਰ ਮਾੜਾ ਮੈਂ ਡਿਫਾਈਨ ਵੀ ਕਰਤਾ, ਇਹ ਇੱਕ ਫਾਈਨੈਂਸ਼ੀਅਲ ਇੰਸਟਰੂਮੈਂਟ ਹੈ, ਇੱਕ ਕਾਗਜ਼ ਦਾ ਟੁਕੜਾ ਬਣ ਕੇ ਤੁਹਾਨੂੰ ਬੈਂਕ ਵੱਲੋਂ ਤਿਆਰ ਹੋ ਗਿਆ, ਉਹ ਟੁਕੜਾ ਜਾ ਕਿਹਦੇ ਮਰਜ਼ੀ ਜੇਬੀ ਚ ਪਾ ਦਿਓ, ਹੁਣ ਬਸ ਥੋੜਾ ਕੰਮ ਨਿਬੜ ਗਿਆ, ਠੀਕ ਹੈ ਨਾ। ਫਾਈਨੈਂਸ਼ੀਅਲ ਇੰਸਟਰੂਮੈਂਟ ਹੈ ਯੂਜ਼ ਟੂ ਮੇਕ ਡੋਨੇਸ਼ਨਸ ਟੂ ਪੋਲੀਟੀਕਲ ਪਾਰਟੀਜ਼। ਹੁਣ ਸਭ ਤੋਂ ਵੱਡੀ ਗੱਲ ਆਹ ਹੈ, ਕੀ ਕੁਝ ਖੋਲ ਲਿਆ, ਚਲੋ ਸਭ ਤੋਂ ਵੱਡੀ ਗੱਲ ਕੀ ਹੈ, ਪਾਸੇ ਕਰ ਆਹਾ ਵੀ ਜਾ ਕੇ ਆਪਾਂ ਹੁਣ ਐ ਨਹੀਂ ਬੈਂਕ 'ਚ ਜਾ ਕੇ ਆਪਾਂ ਬਹਿਬਤ ਕਰ ਦਾਂਗੇ ਵੀ ਬੌਂਡ ਦਿਓ ਜੀ 3300 ਰੁਪਏ ਦਾ, ਐ ਨਹੀਂ ਹੁੰਦਾ। ਇਹ ਜੇ ਕਹਿੰਦੇ 4900 ਦਾ ਬੌਂਡ ਦੇ ਦੇ, ਇੰਨਾ ਟਾਈਮ ਨਹੀਂ ਹੁੰਦਾ ਬੈਂਕ ਵਾਲਿਆਂ ਕੋਲੇ, ਉਹ ਵੀ SBI ਕੋਲੇ ਜਿਹੜੇ ਪੈਸਾ ਢੇਰ ਲਾਈ ਬੈਠੀ ਹੈ।
ਇਹ ਬੌਂਡ ਬੱਚੋ ਜਾਰੀ ਹੋਣਗੇ ਕਿਹੜੇ ਕਿਹੜੇ ਡਿਨੋਮੀਨੇਸ਼ਨ ਦੇ ਵਿੱਚ, ਜਾਂ ਤਾਂ 1000 ਦਾ ਬੌਂਡ ਮਿਲੂ, ਜਾਂ 10000 ਦਾ ਮਿਲੂ, ਜਾਂ ਲੱਖ ਦਾ ਮਿਲੂ, ਜਾਂ 10 ਲੱਖ ਦਾ ਮਿਲੂ, ਜਾਂ ਕਰੋੜ ਦਾ, ਕਿੰਨਾ ਮਰਜੀ, ਲਿਮਟ ਲੁਮਟ ਕੋਈ ਨਹੀਂ ਹੈਗੀ। ਬੇਸ਼ੱਕ ਦੀ ਬਾਹਲਾ ਪੈਸਾ ਰੜਕਦਾ 10 ਕਰੋੜ ਦੇ ਦਿਓ, ਕੋਈ ਚੱਕਰ ਵਾਲੀ ਗੱਲ ਹੀ ਨਹੀਂ ਯਾਰ, ਕਮਾਲ ਕਰਦੇ ਹੋ। ਇਹ ਪੁਆਇੰਟ ਆਪਾਂ ਰੱਖਣਾ ਯਾਦ। ਇੱਕ ਚੀਜ਼ ਹੋਰ ਵੀ ਹੈ, ਕਈ ਵਾਰ ਕੀ ਹੁੰਦਾ ਹੈ ਵੀ ਮੰਨ ਲਓ ਆਪਾਂ ਬੌਂਡ ਲਿਆਂਦਾ, ਉਹ ਬੌਂਡ 15 ਦਿਨ ਤੱਕ ਹੀ ਵੈਲਿਡ ਰਹਿੰਦਾ ਹੈ, 15 ਦਿਨਾਂ ਅੰਦਰ ਕਿਸੇ ਨੂੰ ਦੇਤਾ ਨਹੀਂ, ਬਸ ਗਿਆ ਬੌਂਡ ਵੀ, ਉਹ ਸਿੱਧੀ ਜੀ ਗੱਲ ਹੈ। ਇਹਦੇ ਵਿੱਚ ਕੋਈ ਰਿਟਰਨ ਨਹੀਂ ਹੁੰਦਾ, ਕਿਉਂਕਿ ਆਮ ਤੌਰ ਤੇ ਬੌਂਡ ਆਪਾਂ ਮਸਾਲਾ ਬੌਂਡ, ਹੋਰ ਬਹੁਤ ਟਾਈਪਸ ਆਫ ਬੌਂਡ ਪੜਾਂਗੇ ਆਪਾਂ, ਉਹਦੇ ਵਿੱਚ ਜਾਂ ਸਰਕਾਰੀ ਬਹੁਤ ਬੌਂਡ ਇਸ਼ੂ ਕਰ ਦਿੰਦੀ ਹੈ, ਆਪਾਂ ਫਿਰ ਇਨਵੈਸਟਮੈਂਟ ਤੌਰ ਤੇ ਉਹ ਬੌਂਡ ਆਪਾਂ ਕੀ ਹੈ ਖਰੀਦ ਕੇ ਰੱਖ ਲੈਂਦੇ ਆ, ਕਿਉਂਕਿ ਸਰਕਾਰ ਕਹਿ ਦਿੰਦੀ ਹੈ ਨਾ ਕਿ ਤੁਹਾਨੂੰ ਵਿਆਜ ਦੇਵਾਂਗੇ 8%, 10%, 12%, ਬੌਂਡ ਲੈ ਕੇ ਆਪਾਂ ਰੱਖ ਲੈਂਦੇ ਆ। ਇਹ ਚ ਐ ਨਹੀਂ ਹੈਗਾ ਵੀ 3300 ਦਾ ਬੌਂਡ ਲਿਆਂਦਾ, ਕੱਲ ਮੈਂ ਇਸ ਵੇਲੇ ਕੋਈ ਹੁੰਦਾ ਕਿੰਨਾ ਵਿਆਜ ਬਣ ਕੇ ਦੇਖਿਓ, ਐ ਨਹੀਂ ਹੁੰਦਾ। ਇਹ ਚ ਗਿਆ ਪੈਸਾ ਸਮਝ ਲਓ ਬਸ, ਉਹ ਇੱਕ ਵਾਰੀ ਕੱਢਿਆ ਵੋਟਾਂ ਚ, ਕਿਤੇ ਅੱਜ ਤੱਕ ਪੈਸਾ ਮੁੜਿਆ, ਬਸ ਯਾਦ ਰੱਖ ਲਓ, ਕਿੱਡੀ ਗੱਲ ਹੈ। ਚਲੋ ਵੀ ਫਿਰ ਆਪਾਂ ਗੱਲ ਕਰਨੀ ਹੈ ਸਾਹਿਤਿਆ ਅਕੈਡਮੀ ਅਵਾਰਡ 2021 ਦੀ ਅਨਾਉਂਸਮੈਂਟ ਬੱਚੋ ਹੋ ਚੁੱਕੀ ਹੈ। ਇਹ ਵੀ 3 ਤਰ੍ਹਾਂ ਦੇ ਹੁੰਦੇ ਆ, ਜਿਵੇਂ ਬਾਲ ਵਾਲੇ ਅੱਡ ਹੁੰਦੇ ਆ, ਬਾਲ ਮਤਲਬ ਬੱਚਾ ਪਾਰਟੀਆਂ ਵਾਸਤੇ ਜਿਹੜੇ ਕੰਮ ਕਰਦੇ ਆ, ਲਿਟਰੇਚਰ ਲਿਖਦੇ ਆ, ਉਹਨਾਂ ਵਾਸਤੇ ਅੱਡ ਹੁੰਦੇ ਆ, ਯੁਵਾ ਵਾਸਤੇ ਅੱਡ ਹੁੰਦੇ ਆ, ਯੁਵਾ ਪੁਰਸਕਾਰ ਵੀ ਮਿਲਦੇ ਆ ਨਾ, ਸਾਰੇ ਆਪਾਂ ਦੇਖਣ ਜਾ ਰਹੇ ਹਾਂ। तो साहित्य अकेडमी अवार्ड 2021 साहित्य अकेडमी अवार्ड 2021 बच्चों ये दिता गया है 20 लैंग्वेजेस ਦੇ ਵਿੱਚ, ਇਹ ਦਿੱਤਾ ਗਿਆ ਬੱਚੋ 20 ਲੈਂਗੁਏजेस ਦੇ ਵਿੱਚ। ਵੈਸੇ ਸਾਹਿਤਿਆ ਅਕੈਡਮੀ ਅਵਾਰਡ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਮਿਲਦਾ ਹੈ? 24 ਚ ਮਿਲਦਾ ਹੈ। ਕਿੰਨੀਆਂ ਚ ਮਿਲਦਾ ਬੱਚੋ? 24 ਭਾਸ਼ਾਵਾਂ ਦੇ ਵਿੱਚ ਸਾਹਿਤਿਆ ਅਕੈਡਮੀ ਅਵਾਰਡ ਮਿਲਦਾ ਹੈ। ਇੱਥੇ ਇੱਕ ਸਵਾਲ ਬਣਾਉਣਾ ਸਾਰੇ ਬੱਚਿਆਂ ਵਾਸਤੇ ਮੈਂ, ਆਪਣੇ ਮੁਲਕ ਦੇ ਵਿੱਚ ਸਭ ਨੇ ਪੋਲਿਟੀ ਬਹੁਤ ਪੜ੍ਹੀ ਵੀ ਹੈ, ਘਸਾਈ ਪਈ ਹੈ, ਕਿੰਨੀਆਂ ਆਫੀਸ਼ੀਅਲ ਲੈਂਗੁਏजेस ਆ ਬੱਚੋ? 22 ਹੈ। ਤੁਹਾਨੂੰ ਪਤਾ ਹੀ ਹੈ ਆਪਣੀ ਸੰਵਿਧਾਨ ਦੀ ਸੂਚੀ ਨੰਬਰ 8 ਦੇ ਵਿੱਚ 22 ਆਫੀਸ਼ੀਅਲ ਲੈਂਗੁਏजेस ਨੇ, ਹੈ ਕਿ ਨਹੀਂ? ਪਹਿਲਾਂ 14 ਸੀ, 8 ਪਰ ਬਾਅਦ ਚ ਹੋਈਆਂ, ਸਾਰਾ ਦੇਖਿਆ ਆਪਣਾ। 6 ਆਪਣੀਆਂ ਕਲਾਸੀਕਲ ਲੈਂਗੁਏਜ, ਤਾਮਿਲ ਹੈ, ਸੰਸਕ੍ਰਿਤ ਹੈ, ਤੇਲਗੂ ਹੈ, ਕੰਨੜ ਹੈ, ਮਲਿਆਲਮ, ਉੜੀਆ, ਸਾਰਾ ਕੁਝ ਆਪਾਂ ਦੇਖਿਆ ਹੋਇਆ। ਬਟ ਇੱਥੇ 24 ਫਿਰ ਦੋ ਹੋਰ ਕਿਹੜੀਆਂ ਆ ਗਈਆਂ? ਪੇਪਰ ਸਵਾਲ ਇਹ ਬਣ ਸਕਦਾ ਹੈ ਵੀ ਇਹ ਦੋ ਕੌਣ ਸੀ ਹੈ ਜਿਹੜੀਆਂ ਕਿ ਆਫੀਸ਼ੀਅਲ ਨਹੀਂ ਹੈ बट ਉਹਦੇ ਚ ਸਾਹਿਤਿਆ ਅਕੈਡਮੀ ਅਵਾਰਡ ਮਿਲਦਾ ਹੈ। ਇੱਕ ਤਾਂ ਵਿੱਚ ਅੰਗਰੇਜ਼ੀ ਹੈ ਤੇ ਦੂਜੀ ਹੈਗੀ ਹੈ ਰਾਜਸਥਾਨੀ, ਅੰਗਰੇਜ਼ੀ ਤੇ ਰਾਜਸਥਾਨੀ, ਸਮਝ ਗਏ? ਸੋ ਇਹ ਪੁਆਇੰਟ ਆਪਾਂ ਰੱਖਣਾ ਯਾਦ। ਇਹ ਅਵਾਰਡ ਬੱਚੋ ਪਹਿਲੀ ਵਾਰ ਦਿੱਤਾ ਗਿਆ ਸੀ 1953 ਦੇ ਵਿੱਚ ਤੇ ਰੋਕੜਾ ਕਿੰਨਾ ਮਿਲਦਾ ਹੈ? 1 ਲੱਖ ਰੁਪਈਆ। ਹੁਣ ਆਪਾਂ ਦੇਖਦੇ ਹਾਂ ਵੀ ਇਸ ਵਾਰ ਕਿਹਨੂੰ ਮਿਲਿਆ। ਹੁਣ ਆਬਵੀਅਸ ਹੈ ਇੰਨੇ ਪਾਗਲ ਤਾਂ ਹੈ ਹੀ ਨਹੀਂ ਆਪਾਂ ਵੀ ਹੁਣ ਅਸੀਂ 20 ਬੰਦੇ ਲਿਖਾਵਾਂਗੇ, ਪੇਪਰ ਪਾਉਣਾ ਵੀ ਇੰਨਾ ਪਾਗਲ ਨਹੀਂ। ਜੇ ਤਾਂ ਪੇਪਰ ਵਾਲੇ ਨੂੰ ਉਹੀ ਮੱਥ ਹੀ ਲਿਆ ਵੀ ਮੈਂ ਤਾਂ ਕੁਛ ਮਰਜ਼ੀ ਹੋ ਜੇ ਤੁਹਾਡਾ ਪੇਪਰ ਟੱਪਣ ਦਿੰਦਾ ਨਹੀਂ, ਫਿਰ ਤਾਂ ਭਾਵੇਂ ਉਹ ਮਤਲਬ ਕੋਈ ਮਰਜ਼ੀ ਬੋਰਡ ਮਾਰ ਸਕਦਾ ਹੈ। ਅਦਰਵਾਈਜ਼ ਤੁਹਾਨੂੰ ਇੱਕ ਤਾਂ ਪੰਜਾਬੀ ਪਤਾ ਹੋਣਾ ਚਾਹੀਦਾ ਹੈ, ਇੱਕ ਅੰਗਰੇਜ਼ੀ ਵਾਲਾ। ਜੇ ਆਪਾਂ ਪੁਰਾਣੇ ਟ੍ਰੈਂਡ ਦੇ ਅਕੋਰਡਿੰਗ ਦੇਖੀਏ ਤਾਂ ਹੀ ਤੁਹਾਨੂੰ ਇਸ ਸੀਰੀਜ਼ ਦਾ ਤੁਹਾਨੂੰ ਬੈਨੀਫਿਟ ਇਹੀ ਤਾਂ ਮਿਲਣਾ, ਉਹੀ ਪੜਾਇਆ ਜਾਊਗਾ ਜਿਹੜਾ ਤੁਹਾਡੇ ਪੇਪਰ ਦੇ ਲਈ ਫਾਇਦੇਮੰਦ ਹੋਊਗਾ। ਟਾਈਮ ਪਾਸ ਵਾਸਤੇ ਟਾਈਮ ਨਹੀਂ ਹੈਗਾ ਆਪਣੇ ਕੋਲ। ਮੇਰਾ ਜ਼ਿੰਦਗੀ 'ਚ ਅਸੂਲ ਰਿਹਾ ਵੀ ਬੱਚੇ ਦਾ ਕਦੇ ਵੀ ਟਾਈਮ ਵੇਸਟ ਨਾ ਕਰੋ, ਸਿੱਧੀ ਜੀ ਗੱਲ ਹੈ। ਤਾਂ ਹੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਇਹ ਵੀ ਦੱਸਿਓ ਕਿ ਤੁਸੀਂ ਇਹ ਸੈਸ਼ਨ ਲਾਈਵ ਚਾਹੁੰਦੇ ਹੋ, ਇਹ ਸੈਸ਼ਨ ਮੇਰੇ ਰਿਕਾਰਡਡ ਫਾਰਮ ਦੇ ਵਿੱਚ ਹੀ ਚਾਹੁੰਦੇ ਹੋ। ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਦੀ ਰਾਏ ਸ਼ੇਅਰ ਕਰ ਸਕਦੇ ਹੋ, ਠੀਕ ਹੈ ਨਾ? ਸੋ ਪੰਜਾਬੀ ਵਿੱਚ ਬੱਚੋ ਇਹ ਅਵਾਰਡ ਮਿਲਿਆ ਖਾਲਿਦ ਹੁਸੈਨ ਨੂੰ ਮਿਲਿਆ। ਤੁਹਾਨੂੰ ਪਤਾ ਹੈ ਪਹਿਲਾ ਪੰਜਾਬੀ ਰਾਈਟਰ ਕੌਣ ਹੈ ਜਿਹਨੇ ਸਾਹਿਤਿਆ ਅਕੈਡਮੀ ਅਵਾਰਡ ਜਿੱਤਿਆ? ਭੁੱਲ ਗਏ ਮੇਰੇ ਸਾਈਆਂ ਜੀਓ ਵਾਸਤੇ, ਭੁੱਲ ਗਏ ਕਮਲਿਓ ਬੰਦਿਓ, ਭਾਈ ਵੀਰ ਸਿੰਘ, ਅਮਰਤਾ ਪ੍ਰੀਤਮ ਦਾ ਹੀ ਪੁਆਇੰਟ, ਸਾਰੇ ਪੁਆਇੰਟ ਆਪਣੇ ਦੇਖੇ ਹੋਏ ਹੈ, ਉਹ ਨਾਲ ਆਪਾਂ ਹੌਲੀ ਹੌਲੀ ਸਟਰੋਂਗ ਕਰਾਂਗੇ, ਠੀਕ ਹੈ ਨਾ? ਖਾਲਿਦ ਹੁਸੈਨ ਰਿਸੀਵਡ ਇਨ ਪੰਜਾਬੀ ਕਿਹਦੇ ਵਾਸਤੇ ਬੱਚੋ? ਸੂਲਾਂ ਦਾ ਸਾਲਨ, ਸੂਲਾਂ ਦਾ ਸਾਲਨ। ਇਹਨੂੰ ਵੈਸੇ ਪੰਜਾਬੀ ਚ ਵੀ ਆਪਾਂ ਪਾ ਸਕਦੇ ਹਾਂ ਵੀ ਸੂਲਾਂ ਦਾ ਸਾਲਨ, ਸੂਲਾਂ ਦਾ ਸਾਲਨ, ਸੂਲਾਂ ਦਾ ਸਾਲਨ। ਪੰਜਾਬੀ ਚ ਇਹਦਾ ਨਾਮ ਇਹੀ ਜਿਹੜਾ ਮੈਂ ਲਿਖਿਆ, ਆਪਾਂ ਖੜੇ ਤੋਂ ਰੰਗ ਹੋਰ ਲੱਗੇ ਹੈ, ਜਿਹੜਾ ਰੰਗ ਉੱਥੇ ਲਿਖਿਆ ਉਸੇ ਚੇਪੀ ਜਾਂਦੇ ਆ। ਚਲੋ ਫਿਰ ਆਪਾਂ ਦੇਖਣਾ ਨਮਿਤਾ ਗੋਖਲੇ, ਇਹ ਉਹ ਗੋਖਲੇ ਗੋਪਾਲ ਕ੍ਰਿਸ਼ਨ ਗੋਖਲੇ ਪੜਾਂਗੇ ਹਜੇ ਤਾਂ ਆਪਾਂ। ਨਮਿਤਾ ਗੋਖਲੇ ਰਿਸੀਵਡ ਇਟ ਇਨ ਅੰਗਰੇਜ਼ੀ ਫॉर ਹਰ ਨੋਵਲ, ਜਿਹੜਾ ਨੋਵਲ ਵਿੱਚੋਂ ਥਿੰਗਸ ਟੂ ਲੀਵ ਬਿਹਾਈਂਡ। ਇਹ ਆਪਣੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਆਪਣੇ ਨਾਲ ਪਿਛਲੇ ਸਾਲ ਹੋ ਗਿਆ ਹੁਣ ਛੱਡ ਦੋ ਖੜਾ, ਕਿੰਨਾ ਕੁ ਚਿਰ ਰੋਣਾ ਰੋਈ ਚੱਲੋਗੇ, ਅਕਸਰ ਤਾਂ ਅੱਗੇ ਵਧਣੀ ਪਊਗਾ। ਸੋ ਇਹੀ ਆਪਾਂ ਨੂੰ ਸਿੱਖ ਕਿੱਥੋਂ ਮਿਲ ਗਈ? ਨਮਿਤਾ ਗੋਖਲੇ ਤੋਂ ਮਿਲ ਗਈ ਵੀ ਅੱਗੇ ਵਧੋ, ਥਿੰਗਸ ਟੂ ਲੀਵ ਬਿਹਾਈਂਡ। ਸਮਝ ਮੇਰੀ ਗੱਲ? ਚਲੋ ਫਿਰ ਆਹ ਪੁਆਇੰਟ ਆਪਾਂ ਦੇਖ ਹੀ ਲਿਆ ਵੀ ਭਾਈ 24 ਭਾਸ਼ਾਵਾਂ ਦੇ ਵਿੱਚ ਸਾਹਿਤਿਆ ਅਕੈਡਮੀ ਅਵਾਰਡ ਮਿਲਦਾ ਹੈ, 54 ਦੇ ਵਿੱਚ ਐਸਟੈਬਲਿਸ਼ ਹੋਇਆ, 1 ਲੱਖ ਰੁਪਇਆ ਰੋਕੜਾ ਮਿਲਦਾ। ਆ ਦੋ ਵੱਖਰੀਆਂ ਭਾਸ਼ਾਵਾਂ ਨੇ, ਅੰਗਰੇਜ਼ੀ ਤੇ ਰਾਜਸਥਾਨੀ।
फिर आ गया साहित्य अकादमी युवा पुरस्कार। ये नाम तो पता लग गया बच्चों, ये युवा राइटर ਨੂੰ ਮਿਲਦਾ ਹੈ। ਜਿਵੇਂ ਆਪਣੇ ਮੋਸਟ ਫੇਮਸ ਪੰਜਾਬ ਦੇ ਵਿੱਚ ਕੱਲਾ ਕੱਲਾ ਬੱਚਾ ਪੱਕਾ ਜਾਣਦਾ ਹੋਊਗਾ, ਖਾਸ ਕਰਕੇ ਇਧਰਲੀ ਬੈਲਟ ਸਾਰੀ ਜਾਣਦੀ ਹੈ ਆਪਣੇ ਵਾਲੀ। ਹਰਮਨ ਨੂੰ ਵੀ ਮਿਲ ਚੁੱਕਿਆ ਅਵਾਰਡ ਇਹ 2017 ਚ। ਹਰਮਨ ਨੂੰ ਮਿਲਿਆ ਸੀ ਕਿਹੜੇ ਕੰਮ ਵਾਸਤੇ? ਰਾਣੀ ਤੱਤ। ਇਹ ਅਵਾਰਡ ਬੱਚੋ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੀ ਏਜ 35 ਸਾਲ ਤੋਂ ਘੱਟ ਹੋਵੇ। ਸੋ ਆਪਣੀ ਸਹੀ ਏਜ ਹੈ, ਜੇ ਆਪਾਂ ਇਸ ਫੀਲਡ 'ਚ ਪੈਣਾ ਤਾਂ ਆਹ ਅਵਾਰਡ ਆਪਾਂ ਹਾਸਲ ਕਰ ਸਕਦੇ ਹਾਂ। ਇਟ ਇਜ਼ ਗਿਵਨ ਇਨ ਬਾਈ ਲੈਂਗੁਏਜ। ਇਹ ਆਫੀਸ਼ੀਅਲ ਬਾਈ ਆ ਉਹਨਾਂ ਦੇ ਵਿੱਚ ਮਿਲਦਾ ਹੈ। ਆਹ ਦੇਖਣੇ ਬਸ ਆਪਾਂ ਉਹੀ ਕਿ ਪੰਜਾਬੀ ਤੇ ਅੰਗਰੇਜ਼ੀ। ਅੰਗਰੇਜ਼ੀ ਆਪਣਾ ਮਿਲਿਆ ਮੇਗਾ ਮਜੂਮਦਾਰ, ਉਧਰ ਗੋਖਲੇ ਆ ਗਿਆ, ਇਧਰ ਮਜੂਮਦਾਰ ਹੈ। ਨਾਮ ਇਤਿਹਾਸਕ ਹੀ ਚੱਲੀ ਜਾਂਦੇ ਆ ਹਜੇ। ਵਨ ਦਿਸ ਅਵਾਰਡ ਫॉर ਡੈਬਿਊ ਬੁੱਕ। ਕਿਆ ਬਾਤ। ਕਿਉਂਕਿ ਤੁਹਾਨੂੰ ਪਤਾ ਹੈ 35 ਸਾਲ ਤੋਂ ਥੱਲੇ ਹੈ, ਇੱਥੇ ਜੇ ਬੰਦਾ ਕਰੀਅਰ ਆਪਦਾ ਸਟਾਰਟ ਹੀ ਕਰਦਾ ਹੁੰਦਾ ਤਾਂ ਪਹਿਲੀਆਂ ਕਿਤਾਬਾਂ ਹੀ ਹੁੰਦੀਆਂ ਆਮ ਤੌਰ ਤੇ ਸਾਰਿਆਂ ਦੀਆਂ। ਉਹ ਖਾਸ ਗੱਲ ਵੀ ਨਹੀਂ, ਵੈਸੇ ਇਹਦਾ ਵੀ ਡੈਬਿਊ ਆ ਪਹਿਲੇ ਹੀ ਹੈ। ਬਰਨਿੰਗ ਜਿਹੜੀ ਕਿ 2020 ਚ ਪਬਲਿਸ਼ ਹੋਈ ਹੈ। ਅੱਗ ਲੱਗੀ ਪਈ ਹੈ, ਇਹ ਉਸ ਨਾਮ ਵੀ ਆਈ ਹੈ ਜਿਵੇਂ ਆਪਣੇ ਘਰਾਂ ਚ ਆਮ ਤੌਰ ਤੇ ਕਹਿਣੀ ਮੁਲਕ ਚ ਤਾਂ ਅੱਗ ਲੱਗੀ ਪਈ ਹੈ, ਭਲਾਈ ਬਾਹਲੀ ਮਾੜਾ ਟਾਈਮ ਆ ਗਿਆ, ਬਾਹਲੇ ਧੱਕੇ ਖਾਣੇ ਪੈਂਦੇ ਆ, ਸਟਰਗਲਸ। ਇਹ ਕਿਤਾਬ ਸੱਚੀ ਇਸ ਮੁੱਦੇ ਤੇ ਹੈ ਵੀ ਆਪਣੇ ਮੁਲਕ ਦੇ ਵਿੱਚ ਕਿੰਨਾ ਸਟਰਗਲ ਹੈ। ਵੈਸੇ ਮੇਗਾ ਹੁਣ ਨਿਊਯਾਰਕ ਚ ਰਹਿੰਦੀ ਹੈ, ਵੈਸੇ ਬੋਰਨ ਆਪਣੀ ਇੰਡੀਆ ਦੀ ਹੈ, ਇਹ ਹੁਣ ਬਾਹਰ ਰਹਿੰਦੀ ਹੈ। ਚੈੱਕ ਕਰ ਲਓ ਕਿੱਥੇ ਵੈਸੇ ਪੇਪਰ ਚ ਇਸ ਵਾਲੇ ਪੁੱਛਦੇ ਨਹੀਂ ਹੈਗੇ। ਸੋ ਮੇਗਾ ਨੇ ਕਿਹਾ ਭਾਈ ਵੀ ਆਪਣੇ ਮੁਲਕ ਦੇ ਵਿੱਚ ਸਟਰਗਲ ਬਹੁਤ ਜ਼ਿਆਦਾ ਹੈ। ਸੋ ਯੂਥ ਨੇ ਵੈਸੇ ਪਿਛਲੇ 4-5 ਸਾਲ ਸਟਰਗਲ ਦੇ ਕੱਢੇ ਵੀ ਹੈ। ਹੁਣ ਮਾੜੀ ਮੋਟੀ ਆਸ ਦੀ ਜਾਗੀ ਹੈ, ਤਾਂ ਹੀ ਆਪਾਂ ਵੀ ਉਸੇ ਆਸ ਦੇ ਵਿੱਚ ਐਡੀ ਤਗੜੀ ਸੀਰੀਜ਼ ਸਟਾਰਟ ਕਰੀਏ। ਫਸਟ ਟਾਈਮ ਸਟਾਰਟ ਕਰੀਏ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ, MCQ ਕਰਾਉਣੇ ਸੌਖੇ ਹੁੰਦੇ ਆ। ਹੁਣ ਕਿਹੜਾ ਪਹਿਲਾਂ ਮੱਥਾ ਮਾਰੇ, ਕਿਹੜਾ ਲਿਖ ਕੇ ਰੱਖੇ, ਇਹ 3-3 4-4 ਘੰਟਿਆਂ ਦਾ ਪ੍ਰੋਜੈਕਟ ਬਣ ਜਾਂਦਾ, ਉਹ ਸਾਰਾ 20 ਮਿੰਟਾਂ ਦਾ ਕੰਮ ਹੁੰਦਾ। ਫਰਕ ਤਾਂ ਬਹੁਤ ਜ਼ਿਆਦਾ ਹੈ, ਬਟ ਆਪਾਂ ਦੇਖਣੀ ਆ ਕਿੱਧਰ ਆਪਾਂ ਨੂੰ ਆਊਟਪੁੱਟ ਮਿਲਦੀ ਹੈ। ਸਭ ਕੁਝ ਕਰਵਾਵਾਂਗੇ ਆਪਾਂ। ਪੰਜਾਬੀ ਲੈਂਗੁਏਜ ਦੇ ਵਿੱਚ ਮਿਲਿਆ ਵੀਰ ਦਵਿੰਦਰ ਸਿੰਘ ਨੂੰ ਮਿਲਿਆ। ਪੰਜਾਬੀ ਨਾਮ ਵੈਸੇ ਘੈਂਟ ਹੈ ਨਾ, ਖਾਲਿਦ ਹੁਸੈਨ ਲੁਧਿਆਣਾ ਦਾ ਸੀਗਾ ਵੀ। ਵੈਸੇ ਤਾਂ ਨਾਮ ਸਾਰੀ ਵਧੀਆ ਹੁੰਦੇ ਆ, ਬਟ ਉਹ ਫਿਰ ਵੀ ਲੱਗਦਾ ਸੀ ਵੀ ਖਾਲਿਦ ਹੁਸੈਨ ਵੀ ਜਿਵੇਂ ਪਾਕਿਸਤਾਨ ਨੂੰ ਬਿਲੋਂਗ ਕਰਦਾ ਹੈ, ਬਟ ਉਹ ਪੰਜਾਬੀ ਚ ਮਿਲਿਆ। ਪੰਜਾਬੀ ਚ ਮਿਲਿਆ ਵੀਰ ਦਵਿੰਦਰ ਸਿੰਘ ਵੀ ਪੰਜਾਬੀ ਆ, ਇਹ ਪਿਓਰ ਪੰਜਾਬੀ ਨਾਮ ਲੱਗਦਾ ਨਾ। ਪਾਂ ਦੀ ਪਹਿਲਾਂ ਵੈਸੇ ਤੁਸੀਂ ਦੇਖ ਲਿਓ ਪ੍ਰੋਨਾਉਂਸ ਕਿਵੇਂ ਕਰਨਾ। ਕਿਤਾਬ ਦਾ ਨਾਮ ਹੈ, ਠੀਕ ਹੈ ਨਾ। ਇਸ ਕਿਤਾਬ ਦੀ ਕੋਈ ਵੈਸੇ ਮੈਨੂੰ ਫੋਟੋ ਵੀ ਨਹੀਂ ਮਿਲੀ, ਕੋਈ ਪਿਕ ਵੀ ਨਹੀਂ ਮਿਲੀ। ਜੇ ਤੁਹਾਨੂੰ ਮਿਲੀ ਤਾਂ ਜ਼ਰੂਰ ਸ਼ੇਅਰ ਕਰ ਦਿਓ। ਇਹ ਪਹਿਲੀ ਵਾਰ ਬੱਚੋ ਮਿਲਿਆ ਸੀ 2011 ਦੇ ਵਿੱਚ। 2011 ਚ ਮਿਲਿਆ। ਸਾਹਿਤਿਆ ਅਕੈਡਮੀ ਅਵਾਰਡ ਸੀ ਜਿਹੜਾ ਉਹ 1953 ਚ ਹੈ। ਹਲੇ ਸਾਰੇ ਅਵਾਰਡ ਦੇਖਾਂਗੇ, ਹੁਣ ਜੇ ਆਪਾਂ ਸਟੈਟਿਕ ਨੌਲੇਜ ਵੀ ਗੇਨ ਕਰਾਂਗੇ, ਕਿਉਂਕਿ ਇੱਕ ਅੱਧੇ ਵੀਕ ਦੇ ਵਿੱਚ ਮੈਂ ਸਟੈਟਿਕ ਜੀਕੇ ਦੇ ਵੀ ਘੈਂਟ ਕੁਐਸਚਨ ਬਣਾ ਕੇ ਲੈ ਕੇ ਆਇਆ ਕਰੂੰਗਾ, ਠੀਕ ਹੈ ਨਾ। ਸੋ ਬਹੁਤ ਸਾਰੇ ਸੈਸ਼ਨ ਧਿਆਨ ਨਾਲ ਲਾਉਣੇ ਆ ਤੁਸੀਂ। ਫਿਰ ਆਪਣਾ ਬਾਲ ਸਾਹਿਤਿਆ ਪੁਰਸਕਾਰ 2021 ਆ ਗਿਆ। ਇਹ ਤਿੰਨੇ ਸੁਖਣਾ ਇਕੱਠੀ ਆ ਗਏ ਤੇ ਇਕੱਠੀ ਆਪਣਾ ਭਾਈ ਕੰਮ ਨਿਬੜ ਗਿਆ। ਇਹ ਵੀ ਦਿੱਤਾ ਜਾਂਦਾ ਹੈ 22 ਲੈਂਗੁਏਜਸ ਦੇ ਵਿੱਚ। ਕੱਲਾ ਸਾਹਿਤਿਆ ਅਕੈਡਮੀ 24 ਵਾਲਾ ਸਿੱਧੀ ਜੀ ਗੱਲ ਹੈ। ਇਸ ਵਾਰ ਮਿਲਿਆ ਬੱਚੋ ਅਨੀਤਾ ਵੱਛਰ ਜਾਨੀ ਨੂੰ। ਕਿਹਨੂੰ ਮਿਲਿਆ? ਜਾਨੀ ਨੂੰ ਮਿਲਿਆ। ਜਾਨੀ ਸੁਖਣਾ ਬੜਾ ਹਿੱਟ ਚੱਲੀ ਜਾਂਦਾ ਹੈ, ਇੱਥੇ ਫਿਰ ਜਾਨੀ ਚ ਆ ਗਿਆ ਆਪਣਾ ਅਨੀਤਾ ਵੱਛਰ ਜਾਨੀ ਨੂੰ ਮਿਲਿਆ ਵਨ ਦਾ ਅਵਾਰਡ ਇਨ ਇੰਗਲਿਸ਼ ਲੈਂਗੁਏਜ ਫॉर ਹਰ ਚਿਲਡਰਨਸ ਬੁੱਕ। ਇਹ ਨਾਂ ਦੀ ਪਤਾ ਲੱਗੀ ਜਾਂਦਾ ਤੁਹਾਡੀਆਂ ਕਿਤਾਬਾਂ ਭਾਈ ਬੱਚਿਆਂ ਵਾਲੀਆਂ ਹੀ ਹੋਣੀਆਂ ਚਾਹੀਦੀਆਂ ਹੈ। ਬਜ਼ੁਰਗਾਂ ਵਾਸਤੇ ਸਾਰੀ ਦੁਨੀਆ ਲਿਖੀ ਜਾਂਦੀ ਹੈ, ਬੱਚਿਆਂ ਵਾਸਤੇ ਲਿਖੋ ਯਾਰ ਤੁਸੀਂ। ਤੇ ਕਿਤਾਬ ਦਾ ਨਾਮ ਕੀ ਹੈ? ਅਮਰਤਾ ਸ਼ੇਰਗਿਲ ਰਿਬੈਲ ਵਿਦ ਅ ਪੇਂਟ ਬ੍ਰਸ਼। ਨਾਂ ਦੀ ਪਤਾ ਲੱਗ ਗਿਆ ਵੀ ਅਮਰਤਾ ਸ਼ੇਰਗਿਲ ਕੌਣ ਹੈ। ਇਹ ਅਮਰਤਾ ਕਿਤੇ ਪ੍ਰੀਤਮ ਨਾਲ ਕਨਫਿਊਜ਼ ਨਾ ਕਰ ਦਿਓ। ਅਮਰਤਾ ਸ਼ੇਰਗਿਲ ਨਾਮ ਤੋਂ ਕੀ ਪਤਾ ਲੱਗੀ ਜਾਂਦਾ ਹੈ? ਬਹੁਤ ਮਹਾਨ ਇੱਕ ਵੂਮਨ ਪੇਂਟਰ ਸੀ। ਇਹ ਸੀ ਹੈ ਕਿ ਦੇਖਣ ਨਾ ਬੈਠ ਜਾਓ ਵੀ ਕਿੱਥੇ ਅਮਰਤਾ ਸ਼ੇਰਗਿਲ। ਬਹੁਤ ਆਪਣੇ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ। ਇਹ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੀ ਡੈਥ ਹੋ ਗਈ ਸੀ, ਪਰ ਫਿਰ ਵੀ ਵਨ ਆਫ ਦਾ ਗ੍ਰੇਟੈਸਟ ਵੂਮਨ ਪੇਂਟਰ ਕਿਹਾ ਜਾਂਦਾ। ਲਾ ਲਓ ਹਿਸਾਬ, ਜੇ ਤੁਸੀਂ ਮੰਨ ਲਓ ਇਹ ਜੀਵਤ ਰਹਿੰਦੀ ਤਾਂ ਕਹਾਣੀ ਕਿੱਥੇ ਪਹੁੰਚਦੀ ਤੇ ਦੁਨੀਆ 'ਚ ਕਿੱਥੇ ਨਾ ਹੁੰਦਾ। 28 ਸਾਲ ਦੀ ਏਜ ਦੇ ਵਿੱਚ, 28 ਸਾਲ ਦੀ ਏਜ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਤੇ ਨਾਮ ਦੇਖ ਲਓ ਕਮਾਇਆ। ਇਸ ਨਾਮ ਤੇ ਕਿਤਾਬਾਂ 'ਚ ਤੱਕ ਛਪੀ ਜਾਂਦੀਆਂ। ਅਮਰਤਾ ਸ਼ੇਰਗਿਲ ਰਿਬੈਲ ਵਿਦ ਪੇਂਟ ਬ੍ਰਸ਼। ਕਿਤਾਬ ਬੱਚੋ ਕਿਹਨਾਂ ਦੀ ਹੈ? ਅਨੀਤਾ ਵੱਛਰ ਜਾਨੀ। ਖਾਲਿਦ ਹੁਸੈਨ ਦੀ ਕਿਹੜੀ ਕਿਤਾਬ ਹੈ? ਆਪਾਂ ਬਹੁਤ ਰਿਵੀਜ਼ਨ ਕਰਿਆ ਕਰਾਂਗੇ। ਹਰ ਕਲਾਸ ਸਾਰੀਆਂ ਕਿਤਾਬਾਂ ਸਾਰੇ ਦਿਨ ਘਕਾ ਦਿਆ ਕਰਾਂਗੇ ਵੀ 21 ਫਰਵਰੀ ਨੂੰ ਕੀ ਸੀਗਾ, 1 ਜਨਵਰੀ ਨੂੰ DRDO ਫਾਊਂਡੇਸ਼ਨ ਡੇ ਹੈ। ਬਹੁਤ ਵਾਰ ਦੇਖਾਂਗੇ ਆਪਾਂ, ਟੈਨਸ਼ਨ ਨਾ ਲਿਓ, ਠੀਕ ਹੈ ਨਾ। ਤੇ ਇਹ ਆਪਾਂ ਕੀਤਾ ਸੀ ਬੱਚੋ ਚਿਲਡਰਨ ਡੇ ਵਾਲੇ ਦਿਨ ਸਟਾਰਟ ਕੀਤਾ ਸੀ ਆਪਾਂ 2010 ਦੇ ਵਿੱਚ। 2010 ਦੇ ਵਿੱਚ। ਤੇ ਪੰਜਾਬੀ ਚ ਕਿਸੇ ਨੂੰ ਮਿਲਿਆ ਨਹੀਂ ਇਹ, ਕਿਤੇ ਐਂ ਕਹੋ ਸਰ ਜੀ ਪੰਜਾਬੀ ਚ ਰਹਿ ਗਿਆ। ਇਹ ਹਟੂਗਾ ਤੁਸੀਂ ਪਤਾ ਕਮੈਂਟਾਂ 'ਚ ਬਹੁਤ ਮਾਰਾਂਗੇ। ਪੰਜਾਬੀ ਚ ਨਹੀਂ ਮਿਲਿਆ ਇਸ ਵਾਰ ਕਿਸੇ ਨੂੰ, ਇਹ ਚੀਜ਼ ਆਪਾਂ ਰੱਖਣੀ ਹੈ ਯਾਦ। ਲਓ ਵੀ ਮੁੰਡਿਓ, ਟਾਈਗਰ ਡੈਥ, ਇਹ ਵੀ ਰਿਪੋਰਟਾਂ ਆ ਚੁੱਕੀਆਂ ਨੇ ਕਿਉਂਕਿ ਟਾਈਗਰ ਨੂੰ ਲੈ ਕੇ ਆਹ ਸਾਲ ਬੜਾ ਧਮਾਕੇਦਾਰ ਹੋਣ ਜਾ ਰਿਹਾ ਹੈ। ਟਾਈਗਰ
ਆਪਣੇ ਮੁਲਕ ਦੇ ਲਈ ਤਾਂ ਟਾਈਗਰ ਐਨੀਮਲ ਬੜਾ ਜ਼ਿਆਦਾ, ਮੈਂ ਕਹਿੰਦਾ ਵੀ ਇੱਕ ਸੁਪਰੀਮ ਸਿੰਬਲ ਆਪਣੇ ਮੁਲਕ ਦਾ, ਕਿਉਂਕਿ ਆਪਣੇ ਇੰਡੀਆ ਨੂੰ ਟਾਈਗਰ ਕੰਟਰੀ ਕਿਹਾ ਜਾਂਦਾ ਹੈ, ਕਿਉਂਕਿ ਦੁਨੀਆ ਦੇ 70% ਟਾਈਗਰ ਆਪਣੇ ਹਿੰਦੁਸਤਾਨ ਚ ਪਾਏ ਜਾਂਦੇ ਹੈ। ਲਾ ਲਓ ਹਿਸਾਬ ਹੁਣ ਤੁਸੀਂ, ਟਾਈਗਰ ਦਾ ਸੈਂਸਸ ਹੁੰਦਾ 4-4 ਸਾਲਾਂ ਬਾਅਦ, ਜਿਵੇਂ ਆਪਣਾ 10-10 ਸਾਲਾਂ ਬਾਅਦ ਹੁੰਦਾ, ਜਿਹੜਾ ਆਪਣਾ ਹਲੇ ਤੱਕ ਵੀ ਲੌਂਕੀ ਜਾਂਦਾ, ਪਰ ਇਹਨਾਂ ਦਾ ਨਹੀਂ ਲੌਂਕਦਾ, ਕਿਉਂਕਿ ਇਹਨਾਂ ਦਾ 2018 ਚ ਹੀ ਆ ਗਿਆ ਸੀ। ਆਖਰੀ ਟਾਈਗਰ ਸੈਂਸਸ ਬੱਚੋ ਕਦੋਂ ਆਇਆ? 2018 ਦੇ ਵਿੱਚ ਆਇਆ, 2018 ਦੇ ਵਿੱਚ, ਜਿਹਦੇ ਅਕੋਰਡਿੰਗ ਆਪਣੇ ਦੇਸ਼ ਦੇ ਵਿੱਚ ਕਿੰਨੇ ਟਾਈਗਰਸ ਹੈ? ਲਗਭਗ 3000 ਟਾਈਗਰ ਹੈ, 2967 ਟਾਈਗਰ ਹੈ। ਬਹੁਤ ਵੱਡੀ ਗੱਲ ਹੈ। ਕਿਉਂ? ਕਿਉਂਕਿ ਦੁਨੀਆ ਦੇ ਵਿੱਚ ਮੈਂ ਕਹਿੰਦਾ ਇੰਨੇ ਬਾਕੀ ਸਾਰੇ ਜਿੰਨੇ ਆਪਣੇ ਦੇਸ਼ 'ਚ, ਆਪਣੇ ਦੇਸ਼ ਨੂੰ ਟਾਈਗਰ ਕੰਟਰੀ ਕਹਿੰਦੇ ਆ। ਵੈਸੇ ਦੁਨੀਆ ਦੇ ਵਿੱਚ ਨਾ 13 ਟਾਈਗਰ ਰੇਂਜ ਕੰਟਰੀਜ਼ ਹੈ। ਕਈ ਵਾਰ ਪੇਪਰ ਵਾਲਾ ਸਿੱਧਾ ਸਵਾਲ ਪੁੱਛ ਲੈਂਦਾ ਹੈ ਕਿ ਭਾਈ ਕਿੰਨੀਆਂ ਟਾਈਗਰ ਰੇਂਜ ਕੰਟਰੀਆਂ ਨੇ ਆਪਣੇ ਦੁਨੀਆ ਦੇ ਵਿੱਚ? ਇਹਦਾ ਮਤਲਬ ਕੀ ਹੈ ਕਿ ਜਿੰਨਾ ਮੁਲਕਾਂ 'ਚ ਟਾਈਗਰ ਪਾਇਆ ਜਾਂਦਾ ਉਹ 13 ਹੀ ਹੈ, ਉਹਨਾਂ 'ਚ ਆਪਾਂ ਬ੍ਰਾਂਡ ਹੈ। ਇਹਨਾਂ 13 ਨੇ ਸਹੁੰ ਖਾ ਲਈ ਸੀ, ਕਿਉਂਕਿ ਟਾਈਗਰਾਂ ਦੀ ਗਿਣਤੀ ਬੜੀ ਲਾਰਜ ਸਪੀਡ ਨਾਲ ਘਟਣ ਲੱਗ ਗਈ ਸੀ, ਬਹੁਤ ਜ਼ਿਆਦਾ। ਤੇ ਜੇ ਟਾਈਗਰ ਸਪੀਸੀਜ਼, ਟਾਈਗਰ ਇੱਕ ਅੰਬ੍ਰੇਲਾ ਸਪੀਸੀਜ਼ ਹੈ, ਕਹਿੰਦਾ ਨਾ এনवायरमेंट 'ਚ ਆਪਾਂ ਟਾਈਪਸ ਆਫ ਸਪੀਸੀਜ਼ ਦੇਖਿਆ ਸੀ, ਇਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਆਪਣਾ ਈਕੋਸਿਸਟਮ ਸਹੀ ਤਰੀਕੇ ਨਾਲ ਕੰਮ ਫੇਰ ਹੀ ਕਰੂ। ਜੇ ਈਕੋਸਿਸਟਮ ਦੇ ਵਿੱਚੋਂ ਇੱਕ ਵੀ ਚੇਨ ਵਿੱਚ ਡਿਸਮਿਸ ਹੋ ਗਈ ਤਾਂ ਸਮਝ ਲਓ ਕੰਮ ਟੇਢਾ ਹੋ ਜਾਊਗਾ। ਇਹ ਧਰਤੀ ਹੌਲੀ ਹੌਲੀ ਰਹਿਣ ਯੋਗ ਨਹੀਂ ਰਹਿਣੀ, ਕਹਾਣੀ ਇੰਨੀ ਦੂਰ ਤੱਕ ਪਹੁੰਚ ਜਾਂਦੀ ਹੈ। ਤੇ ਜਿਨ੍ਹਾਂ ਨੇ এনवायरमेंट ਵਿੱਚ ਨਹੀਂ ਪੜ੍ਹੀ, ਉਹ ਮੈਨੂੰ ਪਤਾ ਉਹਨੂੰ ਆਹ ਪੁਆਇੰਟ ਸਮਝ ਘੱਟ ਹੀ ਆਇਆ ਹੋਊਗਾ, ਚਿੰਤਾ ਨਾ ਕਰਿਓ। ਸਭ ਤੋਂ ਵੱਡੀ ਗੱਲ ਇਹ ਹੈ ਬੱਚੋ, ਟਾਈਗਰ 13 ਕੰਟਰੀਆਂ ਨੇ 2010 ਦੇ ਵਿੱਚ ਸਹੁੰ ਖਾ ਲਈ। ਸਹੁੰ ਖਾ ਲਈ, ਆਪਣੇ ਵਾਲੇ ਨੇ ਵੀ ਖਾ ਲਈ, ਨੂੰ ਪਤਾ ਤਾਂ ਹੈਗਾ ਮੁੱਕਰਨਾ ਤਾਂ ਹੈਗਾ ਹੀ ਹੈ। ਸਹੁੰ ਖਾ ਲਈ, T/2 ਕਰਨਾ। ਆਹ ਤੁਹਾਨੂੰ ਪੇਪਰ ਸਿੱਧਾ ਪੁੱਛ ਸਕਦੇ ਆ, ਕਿਉਂਕਿ ਇਸ ਸਾਲ ਅਖਬਾਰਾਂ ਤੇ ਆਊਗਾ। ਹੁਣ ਪਹਿਲੀ ਦੱਸੀ ਜਾਂਦਾ ਮੈਂ, ਕਿਉਂਕਿ ਇਹਨਾਂ ਨੇ 2022 ਤੱਕ ਅਚੀਵ ਕਰਨ ਵਾਸਤੇ ਕਿਹਾ ਸੀ ਕਿ ਇਹ 13 ਮੁਲਕਾਂ ਨੇ ਵੀ ਆਪਾਂ ਆਪੋ ਆਪਣੇ ਮੁਲਕਾਂ ਦੇ ਵਿੱਚ ਟਾਈਗਰ ਦੀ ਆਬਾਦੀ ਡਬਲ ਕਰਨੀ ਹੈ, ਡਬਲ। ਸਮਝ ਗਏ? ਇਹ ਪੁਆਇੰਟ ਪੇਪਰ ਦੇ ਅਕੋਰਡਿੰਗ ਬੜਾ ਕੀਮਤੀ ਹੈ। T/2 ਕੀ ਹੈ? T/2 ਕੀ ਹੈ? ਤੇ ਕੁੱਲ ਮਿਲਾ ਕੇ ਆਪਾਂ ਦੇਖਦੇ ਖਬਰ ਕੀ ਹੈ, ਪਰ ਇੱਥੇ ਖਬਰ ਬੱਚੋ ਮਾੜੀ ਆ ਰਹੀ ਹੈ ਵੀ 21 ਦੇ ਵਿੱਚ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਯਾਦ ਹੈ ਸਾਰੀ ਬਾਡੀ ਆਪਾਂ ਕੰਪਲੀਟ ਡਿਟੇਲ ਚ ਪੜ੍ਹੀ ਸੀ, NTCA। ਇਹ ਸਪੈਸ਼ਲ ਇੱਕ ਸਟੈਚੂਟਰੀ ਬਾਡੀ ਆਪਣੇ ਮੁਲਕ ਚ ਬਣਾਈ ਗਈ। ਕਾਹਦੇ ਵਾਸਤੇ ਬਣਾਈ ਗਈ? ਟਾਈਗਰ ਨੂੰ ਕੰਜ਼ਰਵ ਕਰਨ ਦੇ ਲਈ, ਟਾਈਗਰ ਨੂੰ ਪ੍ਰੀਜ਼ਰਵ ਕਰਨ ਦੇ ਲਈ, ਟਾਈਗਰ ਰਿਜ਼ਰਵ ਨੂੰ ਸਹੀ ਤਰੀਕੇ ਨਾਲ ਹੈਂਡਲ ਕਰਨ ਦੇ ਲਈ। ਇੱਕ ਟਾਈਗਰ ਟਾਸਕ ਫੋਰਸ ਨਾਮ ਦੀ ਕਮੇਟੀ ਨੇ ਰਿਕਮੈਂਡ ਕੀਤਾ ਸੀ ਵੀ ਇੱਕ ਅੱਡ ਬਾਡੀ ਬਣਾਓ। ਵੀ ਕਿਉਂ ਫਾਰਮੈਲਿਟੀਆਂ ਕਰੀ ਜਾਂਦੇ ਹੋ? ਕਿਉਂਕਿ ਆਪਾਂ ਕੀ ਕੀਤਾ ਸੀ, ਆ ਦੇਖੋ, ਆਪਾਂ ਪ੍ਰੋਜੈਕਟ ਟਾਈਗਰ ਲਾਂਚ ਕੀਤਾ ਸੀ ਬੱਚੋ ਅਪ੍ਰੈਲ 1973 ਦੇ ਵਿੱਚ। ਇੱਕ ਚੀਜ਼ ਹੋਰ ਵੀ ਹੈ, ਬੋਰਡ ਤੇ ਜੋ ਵੀ ਪੁਆਇੰਟ ਲਿਖਿਆ ਹੋਊਗਾ ਬਾਰ-ਬਾਰ ਪੁੱਛਣ ਦੀ ਲੋੜ ਨਹੀਂ, ਸਾਰੇ ਕਰਨੇ ਹੈ, ਸਾਰੇ ਹੀ ਕਰਨੇ ਹੈ। ਬੋਰਡ ਤੇ ਕੋਈ ਵੀ ਚੀਜ਼ ਇਰਰੈਲੀਵੈਂਟ ਨਹੀਂ ਲਿਖੀ ਜਾਊਗੀ, ਨਹੀਂ ਲਿਖੀ ਜਾਊਗੀ। ਇੰਨਾ ਫਜ਼ੂਲ ਟਾਈਮ ਮੇਰੇ ਕੋਲ ਵੀ ਨਹੀਂ ਵੀ ਮੈਂ ਫਾਰਮੈਲਿਟੀਆਂ ਚੀਜ਼ਾਂ ਬਿਨਾਂ ਕੋਲੋਂ ਬੋਰਡ ਭਰੀ ਚੱਲੂਗਾ। ਹਰ ਪੁਆਇੰਟ ਕੀਮਤੀ ਹੈ, ਹਰ ਪੁਆਇੰਟ ਪ੍ਰੋਪਰ ਰਿਵਾਈਜ਼ ਕਰਨਾ ਹੈ। ਪ੍ਰੋਜੈਕਟ ਟਾਈਗਰ ਬੱਚੋ ਲਾਂਚ ਕੀਤਾ ਗਿਆ ਸੀ ਅਪ੍ਰੈਲ 73 ਦੇ ਵਿੱਚ। NTCA ਵਾਸ ਸੈਟ ਅਪ ਇਨ 2005। ਖਾਸ ਕੰਮਕਾਜ ਚੱਲੇ ਹੀ ਨਹੀਂ, ਇਦੋਂ ਬਾਅਦ ਸਪੀਡਾਂ ਖਿੱਚੀਆਂ, ਫਿਰ ਆਪਾਂ ਡਬਲ ਕਰਤੀ ਆਬਾਦੀ। ਅੱਜ ਆ ਲਿਖਣਾ ਸੀ ਨਾ ਵੀ ਡਬਲ ਕਰਨੀ ਹੈ। ਇਸ ਨੇਪਾਲ ਪਹਿਲਾ ਮੁਲਕ ਸੀਗਾ ਜਿਹਨੇ ਇਹ ਟਾਰਗੇਟ ਅਚੀਵ ਕਰ ਲਿਆ, ਆਪਾਂ ਵੀ ਅਚੀਵ ਕਰ ਲਿਆ। ਕਿਆ ਬਾਤ ਹੈ, ਇੰਨੇ ਝੂਠੇ ਵੀ ਨਹੀਂ ਹੈਗੇ ਆਪਾਂ। ਇਹ ਇੰਡੀਆ ਨੇ ਵੀ ਡਬਲ ਵਾਲਾ ਟਾਰਗੇਟ ਅਚੀਵ ਕਰ ਲਿਆ, ਪਰ ਨੇਪਾਲ ਪਹਿਲਾ ਮੁਲਕ ਸੀਗਾ, ਕਿਉਂਕਿ ਆਪਣੀ ਸਪੈਸ਼ਲ ਇੱਕ ਬਾਡੀ ਇਸ ਚੀਜ਼ ਤੇ ਬਣਾਈ ਪਈ ਹੈ ਯਾਰ। ਆ ਦੇਖੋ, ਇਹ ਦਸੰਬਰ 2005 ਸਟੈਬਲਿਸ਼ ਕਰੀ ਗਈ ਹੈ। ਕਿਹਦੇ ਕਹਿਣ ਤੇ ਕਰੀ ਗਈ ਹੈ? ਔਨ ਦਾ ਰਿਕਮੈਂਡੇਸ਼ਨ ਆਫ ਟਾਈਗਰ ਟਾਸਕ ਫੋਰਸ। ਸਮਝ ਗਏ? ਹੁਣ ਵਾਪਸ ਆਪਾਂ ਡੈਥ ਤੇ ਆਉਣੀ ਹੈ। ਕੀ ਰਿਪੋਰਟ ਆਈ ਹੈ? ਕਹਿੰਦੇ ਜੀ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਦੇ ਅਕੋਰਡਿੰਗ 2021 ਦੇ ਵਿੱਚ ਇੰਡੀਆ ਦੇ ਵਿੱਚ ਕਹਿੰਦੇ 126 ਟਾਈਗਰਸ ਦੀ ਡੈਥ ਹੋ ਚੁੱਕੀ ਹੈ। ਇਹ ਜਿਹਾ ਅੰਕੜਾ ਤੁਹਾਨੂੰ ਐਗਜ਼ੈਕਟ ਪੇਪਰ ਵਾਲੇ ਨੇ ਨਹੀਂ ਪੁੱਛਣਾ, ਕੋਈ ਚੱਕਰ ਵਾਲੀ ਗੱਲ ਨਹੀਂ, ਪੜ੍ਹਨਾ ਕੋਈ ਹਰਜ ਨਹੀਂ, ਪੜ੍ਹ ਸਕਦੇ ਆ। ਪਰ ਗੱਲ ਉੱਥੇ ਫਿਰ ਜੇ ਨਜਾਇਜ਼ ਹੀ ਸੋਚ ਲਿਆ ਕਿ ਮੈਂ ਤਾਂ ਤਪਾਊਂਗਾ, ਫਿਰ ਭਾਵੇਂ ਪੁੱਛ ਲੈ, ਠੀਕ ਹੈ ਨਾ। ਤੇ ਸਭ ਤੋਂ ਵੱਧ ਬੱਚੋ ਕਿੱਥੇ ਹੋਈ ਹੈ ਮੌਤ? ਮੱਧ ਪ੍ਰਦੇਸ਼ ਦੇ ਵਿੱਚ। ਤੇ ਕਮਾਲ ਪਤਾ ਕੀ ਹੈ, ਹੁਣ ਜਿੱਥੇ ਸਭ ਤੋਂ ਜ਼ਿਆਦਾ ਟਾਈਗਰ ਹੋਣਗੇ ਯਾਰ, ਉੱਥੇ ਫਿਰ ਘਟਨਾ ਵਾਪਰਨ ਦਾ ਚਾਂਸ ਜ਼ਿਆਦਾ ਹੁੰਦਾ। ਬਿਮਾਰੀ ਫੈਲਣ ਦਾ ਲਾ ਲਓ, ਲੜਾਈ ਪੜਾਈ ਦਾ ਲਾ ਲਓ ਭਾਈ। ਸਭ ਤੋਂ ਵੱਧ ਜੇ ਪੁੱਛਿਆ ਟਾਈਗਰ ਕਿੱਥੇ ਹੈ, ਫਸਟ ਪੋਜੀਸ਼ਨ ਬੱਚੋ ਕਿਹਦੀ ਹੈ? ਮੱਧ ਪ੍ਰਦੇਸ਼ ਦੀ ਹੈ। ਉਹ ਕਿੰਨੇ ਟਾਈਗਰ ਹੈ ਮੱਧ ਪ੍ਰਦੇਸ਼ ਚ? 526। ਫਿਰ ਬੱਚੋ ਕਰਨਾਟਕਾ ਦੂਜੇ ਸਥਾਨ ਤੇ ਹੈ,
मैं तो कमाल मनदा पता किवें 524। सब तो वध मध्य प्रदेश है, दूजे नंबर ते कर्नाटक है, तीजे नंबर ते उत्तराखंड है। टाइगर सेंसस 2018 च जा रखियो, पहला 6 च होया सी, 6 च 10 फिर 2014 18 ते 22, ठीक है ना। मध्य प्रदेश च दूजे नंबर ते महाराष्ट्र आ गया, ये पूरा 80 पतंदरा ने वो भी मार ले सारे, 26 मर गए उत्थे ते कर्नाटका चल फिर भी 524 14 डेथ हो गई, ठीक है ना। ये कुल मिला के सारी खबर आपां रखनी है याद। बट एनवायरमेंट ਦੇ ਵਿੱਚ ਆਪਾਂ ਇੱਕ ਬਾਡੀ ਦੀ ਬੜੀ ਬੱਚੋ ਗੱਲ ਕੀਤੀ ਸੀ, ਉਸ ਬਾਡੀ ਦਾ ਨਾਮ ਸੀ IUCN। एनवायरमेंट ਦੀ ਸਭ ਤੋਂ ਪੁਰਾਣੀ ਤੇ ਵੱਡੀ ਬਾਡੀ ਜਿਹੜੀ ਕਿ ਕੰਮ ਕਰਦੀ ਹੈ ਡਾਟਾ ਗੈਦਰਿੰਗ ਤੇ ਐਨਾਲਿਸਿਸ ਤੇ ਕੰਮ ਕਰਦੀ ਹੈ, ਕਿਉਂਕਿ ਇਹ ਇੱਕ ਆਪਦੀ ਰੈੱਡ ਲਿਸਟ ਜਾਰੀ ਕਰਦੇ ਹੁੰਦੇ ਹੈ ਕਿ ਭਾਈ ਫਲਾਨੀ ਪ੍ਰਜਾਤੀ ਜਾਂ ਕੋਈ ਵੀ ਸਪੀਸ਼ੀਜ਼ ਖਤਰੇ 'ਚ ਹੈ, ਉਹ ਹਲੇ ਵੀ ਸਾਂਭ ਲਓ ਇਸ ਸਮੇਂ ਨੂੰ, ਹਲੇ ਵੀ ਬੋਚ ਲਓ ਵੀ ਕਿਤੇ ਐ ਨਾ ਹੋਵੇ ਵੀ ਜਮੀ ਖਤਮ ਹੋ ਜੇ, ਲੁਪਤ ਹੋ ਜੂ। ਇਹਦੇ ਵਿੱਚ ਨਾ ਕੈਟੇਗਰੀਆਂ ਬਣੀਆਂ ਹੁੰਦੀਆਂ, ਬਣਾਉਂਗਾ ਮੈਂ ਕਿਸੇ ਦਿਨ। ਹੁਣ ਪਹਿਲੀ ਕਲਾਸ ਕੀ ਕੁਝ ਬਣਾ ਦਈਏ ਆਪਾਂ ਵੀ ਵਲਨਰੇਬਲ ਹੈ, ਅੰਡੇਂਜਰਡ ਹੈ, ਕ੍ਰਿਟੀਕਲੀ ਅੰਡੇਂਜਰਡ ਹੈ, ਐਕਸਟਿੰਕਟ ਹੈ। ਇਹ ਕੈਟੇਗਰੀਆਂ ਹੁੰਦੀਆਂ 7 ਤੋਂ 9 ਕੈਟੇਗਰੀਆਂ ਹੁੰਦੀਆਂ, ਜਿਹੜੀਆਂ ਸਾਰੀਆਂ ਪੜ੍ਹੀਆਂ ਹੋਈਆਂ ਵੈਸੇ ਆਪਾਂ ਪ੍ਰੋਪਰ এনवायरमेंट ਦੀ ਕਲਾਸ ਦੇ ਵਿੱਚ। ਬਟ ਇੱਥੇ ਜਾ ਰੱਖਣਾ ਹੈ ਕਿ ਜਿਹੜਾ ਬੱਚੋ ਇਹ ਟਾਈਗਰ ਆ ਨਾ, ਟਾਈਗਰ ਇਹ ਆਪਣੀ ਇਸ ਰੈੱਡ ਲਿਸਟ ਦੇ ਵਿੱਚ ਇਹ ਕਿਹੜੀ ਕੈਟੇਗਰੀ ਚ ਆਉਂਦਾ ਹੈ, ਆਪਾਂ ਟਿਕ ਲਾਵਾਂਗੇ ਅੰਡੇਂਜਰਡ। ਤਾਂ ਹੀ ਤਾਂ ਸਹੁੰ ਖਾਧੀ ਹੈ ਵੀ ਉਹ ਅੰਡੇਂਜਰਡ ਹੋ ਗਿਆ, ਉਹ ਜੇ ਨਾ ਸਾਂਭਿਆ ਫਿਰ ਤਾਂ ਕ੍ਰਿਟੀਕਲੀ ਅੰਡੇਂਜਰਡ ਹੋ ਜੂ, ਫਿਰ ਤਾਂ ਜਮੀ ਖਤਮ ਹੋਣ ਦੀ ਕਗਾਰ ਤੇ ਹੋ ਜੂ। ਕਰ ਲੋ ਘਿਓ ਨੂੰ ਭਾਂਡਾ, ਫਿਰ ਕੀ ਕਰ ਲਾਂਗੇ ਆਪਾਂ, ਉਦੋਂ ਬਾਅਦ ਫਿਰ ਖਤਮ ਹੀ ਹੋ ਜੂ। ਫਿਰ ਟਾਈਗਰ ਬਸ ਇਕੱਲੇ ਆਪਣੇ ਇੱਥੇ ਬਠਿੰਡੇ ਅਜੀਤ ਰੋਡ ਤੇ ਰਹਿ ਜਾਣਗੇ, ਸਾਰੀ ਦੁਨੀਆ ਪਰ ਟਾਈਗਰ ਕੀ ਹੈ, ਖਤਮ ਹੋ ਜਾਣਗੇ ਬਸ। ਹੋਰ ਕੀ ਹੋਣਾ। ਲਓ ਵੀ ਐਨੀਮਲਸ ਦੀ ਗੱਲ ਚੱਲੀ ਜਾਂਦੀ ਹੈ ਦੁਨੀਆ ਦੇ ਵਿੱਚ, ਪਰ ਸਭ ਤੋਂ ਵੱਡਾ ਟ੍ਰਾਂਸਫਰ ਕੀਤਾ ਗਿਆ ਹੈ ਰਾਈਨੋ ਦਾ, ਇੱਕ ਸਿੰਗਾ ਗੈਂਡੇ ਦਾ। ਸਭ ਤੋਂ ਵੱਡਾ ਟ੍ਰਾਂਸਫਰ ਆਪਣੇ ਨਾਲੋਂ ਤਾਂ ਰਾਈਨੋ ਚੰਗੇ ਹੈ, ਪਤੰਦਰ ਜਹਾਜ਼ ਚੜ ਗਏ, ਆਪਾਂ ਤਾਂ ਜਹਾਜ਼ ਸੁੱਖ ਨਾਲ ਬਸ ਆਈ ਦੇਖਿਆ ਵੀ ਉਹ ਟੱਪ ਗਿਆ, ਐਵੇਂ ਬਸ ਧੌਣ ਦੁਖਣ ਲਾਈ ਆ ਕੱਲੀ। ਆਹ ਹਾਲ ਹੋਇਆ ਪਿਆ, ਆਪਣੇ ਤਾਂ ਪਸ਼ੂ ਚੰਗੇ ਹੈ। 30 ਵਾਈਟ ਰਾਈਨੋ ਬੱਚੋ ਟ੍ਰਾਂਸਫਰ ਕੀਤੇ ਗਏ ਹੈ ਸਾਊਥ ਅਫਰੀਕਾ ਤੋਂ ਰਵਾਂਡਾ। ਇਹ ਪੇਪਰ ਦੇ ਅਕੋਰਡਿੰਗ ਸਵਾਲ ਕੀਮਤੀ ਹੈ, ਕਿਉਂਕਿ ਆਪਾਂ ਹਰ ਚੀਜ਼ ਨੂੰ ਹਲੇ ਆਪਾਂ ਮਿਕਸ ਲੈ ਕੇ ਚੱਲਾਂਗੇ। ਹਲੇ ਆਪਾਂ MCQ ਸੀਰੀਜ਼ ਵਿੱਚ ਆਪਾਂ ਛਾਂਟਦੇ ਜਾਵਾਂਗੇ, ਪ੍ਰੈਕਟਿਸ ਕਰਵਾਉਂਦੇ ਜਾਵਾਂਗੇ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਟਰਸਟਡ ਕੰਟੈਂਟ ਹੀ ਕਰਵਾਇਆ ਜਾਊਗਾ ਜਿੱਥੋਂ ਆਸ ਹੁੰਦੀ ਹੈ ਸਵਾਲ ਬਣ ਸਕਦਾ, ਕੋਈ ਸਵਾਲ ਬਣਨ ਦੇ ਚਾਂਸ ਹੁੰਦੇ ਆ ਪੂਰੇ। 30 ਵਾਈਟ ਕਿਉਂਕਿ ਰਾਈਨੋ ਦੀ ਸਮਗਲਿੰਗ ਬਹੁਤ ਜ਼ਿਆਦਾ ਹੁੰਦੀ ਹੈ, ਇਹਦੀ ਸ਼ਿਕਾਰ ਬਹੁਤ ਜ਼ਿਆਦਾ ਹੋਣ ਲੱਗ ਗਿਆ, ਉਹਨਾਂ ਲੱਗਦਾ ਇਹਦੋਂ ਕੀ ਕਰਾਉਣ ਲੱਗੇ, ਇਹਦਾ ਸਿੰਗ ਬੜਾ ਕੀਮਤੀ ਹੁੰਦਾ, ਬੜਾ ਕੁਝ ਬਣਦਾ ਨਜਾਇਜ਼ ਉਹਦਾ। ਆਪਣੇ ਵਾਲੀ ਇੰਡੀਆ ਨੇ ਨਹੀਂ, ਆਪਾਂ ਵੀ ਰਾਈਨੋ ਵਿਜ਼ਨ 2020 ਚ ਲੈ ਕੇ ਆਂਦਾ ਸੀ, ਕਿਉਂਕਿ ਆਪਣੇ ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਪਾਏ ਜਾਂਦੇ ਤੇ ਲੋਕ ਇੱਥੇ ਮਤਲਬ ਵੱਡੀ ਦੁਨੀਆ ਦੇ ਸਿੰਘ ਸੁੰਗ ਜਿਹਨਾਂ ਦੇ ਤੇ ਕੰਮ ਜ਼ਿਆਦਾ ਵਿਚਾਰੇ ਸਿੰਘ ਸੁੰਗ ਨਾਲ ਹੀ ਕਰਦੇ ਆ, ਵਾਹਵਾ ਕੁਛ ਹੁੰਦਾ ਇਹਨਾਂ ਵਿੱਚ ਵੀ। ਇਹ ਵੀ ਆਪਾਂ এনवायरमेंट 'ਚ ਪੜ੍ਹਿਆ ਸੀ, ਆਪਾਂ ਰਾਈਨੋ ਬਾਰੇ ਹੀ ਪੜ੍ਹਿਆ ਸੀ। ਤੈਨੂੰ ਪਤਾ ਹਾਥੀ ਹੋ ਗਿਆ, ਰਾਈਨੋ ਹੋ ਗਿਆ, ਇਹ ਵੈਜੀਟੇਰੀਅਨ ਹੁੰਦੇ ਆ। ਤੇ ਬਹੁਤ ਲੋਕ ਕਹਿ ਦਿੰਦੇ ਆ ਵੀ ਤਾਕਤਵਰ ਹੋਣ ਵਾਸਤੇ ਐ ਮਨ ਜੇ ਮਾਸ ਚੜਾਉਣਾ ਹੈ ਤਾਂ ਮੀਟ ਸ਼ੀਟ ਛਕਣਾ ਪੈਂਦਾ। ਇਹ ਤਾਂ ਵੈਜੀਟੇਰੀਅਨ ਹੈ ਤੇ ਪਤੰਦਰ ਫਿਰ ਵੀ ਬੰਦਾ ਸਾਫ ਤਾਂ ਮੂੰਹ 'ਚ ਪਾ ਜਾਣਗੇ, ਐਡੇ ਪਾਵਰਫੁਲ ਹੈ, ਲਾ ਲਓ ਸਾਹਿਬ ਤੁਸੀਂ। ਤੇ ਇਹ 30 ਵਾਈਟ ਰਾਈਨੋ ਬੱਚੋ ਟ੍ਰਾਂਸਫਰ ਕੀਤੇ ਗਏ ਹੈ। ਆ ਬੋਇੰਗ, ਆ ਜਹਾਜ਼ ਦੀ ਆਪਾਂ ਫਲਾਈਟ ਹੈ, ਫਲਾਈਟ ਦੇਖੋ ਕਿੰਨੀ ਘੈਂਟ ਆ, ਬੋਇੰਗ ਦੇ ਜਹਾਜ਼ ਤੇ ਗਏ ਆ। ਇਹਦਾ ਸਾਇੰਟਿਫਿਕ ਨੇਮ ਕੀ ਹੈ ਬੱਚੋ, ਆਹ ਨਾਮ ਪੱਕਾ ਜਾ ਜਿਵੇਂ ਟਾਈਗਰ ਦਾ ਸਾਇੰਟਿਫਿਕ ਨੇਮ ਕੀ ਹੈ, टाइगर का साइंटिफिक नेम क्या है, अपनी इंडिया सुखना टाइगर नेशनल ही है, पैंथेरा टिग्रिस, पैंथेरा टिग्रिस, समझ गए। ये बच्चों की है नेशनल टाइगर, अपना नेशनल एनिमल है पैंथेरा। जिवें अपना नेशनल बर्ड किहड़ा है पीकॉक, पीकॉक का की है पैवोक्रिस्टेटस, नीलंबो नुसीफेरा, ये सारे अपने पढ़ांगे आपां। लोटस का की है, ओहदा की है, ठीक है ना। ਇਹਦਾ ਕੀ ਹੈ ਸੀਰੈਟੋਥੇਰੀਅਮ ਸੀਮੂਮ, ਸੀਰੈਟੋਥੇਰੀਅਮ ਸੀਮੂਮ। ਤੇ ਆ ਦੇਖੋ ਇਹ ਐਡੀ ਖਬਰ ਕੀਮਤੀ ਕਿਉਂ ਹੈ, ਕਿਉਂਕਿ ਇਹ ਤਾਂ ਜਮੀ ਖਤਮ ਹੋਣ ਦੀ ਕਗਾਰ ਤੇ ਆ, ਤਾਂ ਸਾਂਭੀ ਫਿਰਦਿਆ, ਤਾਂ ਚੱਕੀ ਫਿਰਦਿਆ ਜਹਾਜ਼ਾਂ ਤੇ, ਕਿਉਂਕਿ ਇਹਦਾ ਸਟੇਟਸ ਬੜਾ ਖਰਾਬ ਹੋ ਗਿਆ। ਇਹ ਤਾਂ ਕ੍ਰਿਟੀਕਲੀ ਅੰਡੇਂਜਰਡ ਹੈ, ਕ੍ਰਿਟੀਕਲੀ ਅੰਡੇਂਜਰਡ। ਆ ਮੈਂ ਨਰਦਰਨ ਪਤਾ ਕਿਉਂ ਪਾਇਆ, ਕਿਉਂਕਿ ਇਹ ਦੋ ਤਰ੍ਹਾਂ ਦੇ ਹੈ, ਨਰਦਰਨ ਤੇ ਸਦਰਨ, ਵੀ ਨਾਰਥ ਵਾਲੇ ਤੇ ਸਾਊਥ ਵਾਲੇ। ਇਹਨਾਂ ਨਾਮ ਉੱਥੇ ਜਿੱਥੇ ਸਾਊਥ ਅਫਰੀਕਾ 'ਚ ਪਾਏ ਜਾਂਦੇ ਆ ਉਹਦੇ ਅਕੋਰਡਿੰਗ ਨਾਂ ਧਰਿਆ ਪਿਆ। ਇਹ ਤਾਂ ਵਿਚਾਰੇ ਜਮਾ ਹੀ ਖਤਮ ਹੋਣ ਦੀ ਕਗਾਰ ਤੇ ਪਾਏ ਗਏ ਆ ਭਾਈ। ਚਲੋ ਫਿਰ ਇਹਦੇ ਨਾਲ ਹੀ ਬੱਚੋ ਫਿਰ ਆਪਣਾ ਅੱਜ ਦਾ ਪਹਿਲਾ ਸੈਸ਼ਨ ਹੋ ਗਿਆ ਸਮਾਪਤ। ਤੇ ਦੇਖਦੇ ਆ ਫਿਰ ਇਸ ਸੈਸ਼ਨ ਨੂੰ ਐਂਡ ਤੱਕ ਵਾਚ ਕਿਹਨੇ ਕੀਤਾ ਤੇ ਵੱਧ ਤੋਂ ਵੱਧ
ਕੋਸ਼ਿਸ਼ ਕਰਨਾ ਵੀ ਇੰਨਾ ਕੁ ਸ਼ੇਅਰ ਕਰੋ ਵੀ ਸਾਰੇ ਪੰਜਾਬ ਦੇ ਵਿੱਚ ਇਹ ਸੀਰੀਜ਼ ਪਹੁੰਚਣੀ ਚਾਹੀਦੀ ਹੈ। ਸਮਝ ਗਏ ਮੇਰੀ ਗੱਲ? ਤੇ ਕੁੱਲ ਮਿਲਾ ਕੇ ਬੱਚੋ ਸੱਚ ਹਾਂ ਤੁਹਾਨੂੰ ਕੋਡ ਦੱਸਣਾ, ਕੋਡ ਬੜਾ ਖਤਰਨਾਕ ਹੈ। ਕੋਡ ਆਪਾਂ ਐ ਕਰੋ, ਵਧੀਆ ਕੋਡ ਰੱਖਦੇ ਹਾਂ। ਕੋਡ ਤੁਸੀਂ ਲਿਖਣਾ ਆਈ ਹੈਵ ਜੁਆਇਨਡ ਦਿਸ ਗਰੁੱਪ। ਆ ਜਾਓ, ਇਹਨੂੰ ਕਹਿੰਦੇ ਆ ਕੀ ਹੁੰਦੀ ਆ, ਮਾਰਕੀਟਿੰਗ ਸਕਿੱਲਸ ਕਹਿੰਦੇ ਇਹਨੂੰ। ਉਹ ਵੀ ਮੇਰੇ ਚ ਥੋੜੇ ਥੋੜੇ ਆਉਂਦੇ ਜਾਂਦੇ ਆ ਗੁਣ। ਤੇ ਕੁੱਲ ਮਿਲਾ ਕੇ ਇਹ ਦੇਖਦੇ ਆ ਕੋਡ ਫਿਰ ਕਿਹੜਾ ਵਰਤੂਗਾ। ਤੇ ਕੁੱਲ ਮਿਲਾ ਕੇ ਇਸੇ ਤਰੀਕੇ ਨਾਲ ਬੱਚੇ ਆਪਣੇ ਸੈਸ਼ਨ ਚੱਲਦੇ ਜਾਣਗੇ। ਵਧੀਆ ਸ਼ਾਰਟ ਐਂਡ ਕ੍ਰਿਸਪ ਸੈਸ਼ਨ ਹੋਣਗੇ, ਫਰੂਟਫੁਲ ਸੈਸ਼ਨ ਹੋਣਗੇ। ਮੈਂ ਫੇਰ ਕਹਿ ਰਿਹਾ ਹਾਂ ਵਿਦਨ 10 ਡੇਜ਼ ਜਮਾ ਆਪਾਂ ਕੀ ਹੈ ਇਸ ਟੌਪਿਕ ਤੇ ਕਰੰਟ ਤੇ ਸਟੈਟਿਕ ਤੇ ਪੂਰੀ ਚੰਗੀ ਕਮਾਂਡ ਕਰ ਲਾਂਗੇ। ਸਬਜੈਕਟਾਂ ਤਾਂ ਆਲਰੇਡੀ ਆਪਾਂ ਕਰ ਹੀ ਰਹੇ ਹਾਂ, ਠੀਕ ਹੈ ਨਾ। ਹਾਲੇ ਵੀ ਤੁਸੀਂ ਕੋਈ ਆਪਦੇ ਵੱਲੋਂ ਕੋਈ ਮੈਨੂੰ ਸੁਝਾਅ ਦੇਣਾ ਹੋਵੇ ਵੀ ਹੋਰ ਇਹਨੂੰ ਕਿਵੇਂ ਇੰਪਰੂਵ ਕਰ ਸਕਦੇ ਆ, ਜਿਵੇਂ ਜ਼ਰੂਰ ਦੱਸਣਾ ਹੈ। ਤੇ ਨਾਲ ਦੀ ਨਾਲ ਮੈਂ ਇਹ PDF ਆ ਦੇਖੋ, PDF ਮੈਂ ਨਾਲ ਦੀ ਨਾਲ ਕੀ ਕਰ ਲੂੰ, ਸੇਵ ਕਰ ਲੂੰਗਾ। PDF ਮੈਂ ਨਾਲ ਦੀ ਨਾਲ ਕੀ ਕਰ ਲੂੰਗਾ, ਸੇਵ, ਜਿਹੜੀ ਫਿਰ ਤੁਹਾਨੂੰ ਆਪਾਂ ਪਾ ਦਿਆ ਕਰਾਂਗੇ, ਠੀਕ ਹੈ ਨਾ। ਤੇ ਕੁੱਲ ਮਿਲਾ ਕੇ ਆ ਹੋਈ ਕਰੰਟ ਅਫੇਅਰ ਦੀ ਪਹਿਲੀ ਕਲਾਸ ਤੇ ਆ ਹੋ ਗਿਆ ਆਪਣਾ C1 ਫਾਈਨਲ। ਤੇ ਇਹਦੇ ਨਾਲ ਹੋ ਜੂਗੀ ਸੇਵ, ਪਰ ਲੌਗਇਨ ਕਰਨਾ ਪਊਗਾ। ਇਹ ਆ ਕਰ ਦਾਂਗੇ ਆਪਾਂ ਇੱਥੇ ਲੌਗਇਨ। ਚਲੋ ਠੀਕ ਹੈ, ਤੁਸੀਂ ਇੰਨੀਆਂ ਫਾਰਮੈਲਿਟੀਆਂ ਕਿਉਂ ਦੇਖਣੀਆਂ। ਚਲੋ ਫਿਰ ਬੱਚੋ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।